ਸਤਨਾਮ ਵਾਹਿਗੁਰੂ ਸਾਹਿਬ ਜੀ। ਆਬੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆ ਸਿਰ ਬਾਣੀ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਜਿਉ ਬੁਲਾਵੈ ਤਿਉ ਬੋਲਾ ਸੁਆਮੀ, ਕੁਦਰਤ ਕਬਣ ਹਮਾਰੀ। ਸਾਧ ਸੰਗਤ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਅਗਮ ਅਗੋਚਰ ਸਚ ਸਾਹਿਬ ਮੇਰਾ, ਨਾਨਕ ਬੋਲੇ ਬੋਲਾਇਆ ਤੇਰਾ। ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਪੰਜਵਾ। ਕੋਟ ਜਨਮ ਕੇ ਬਿਨ ਸੇ ਪਾਪ, ਹਰ ਹਰ ਜਪਤ ਨਾਹੀ ਸੰਤਾਪ। ਗੁਰ ਕੇ ਚਰਨ ਕਮਲ ਮਨ ਵਸੇ, ਮਹਾ ਬਿਕਾਰ ਤਨ ਤੇ ਸਭ ਨਸੇ। ਗੋਪਾਲ ਕੋ ਜਸ ਗਾਵੋ ਪੁਰਾਣੀ, ਅਕਥ ਕਥਾ ਸਾਚੀ ਪ੍ਰਭ ਪੂਰਨ। ਜੋਤੀ ਜੋਤ ਸਮਾਣੀ, ਰਹਾਉ ਤ੍ਰਿਸ਼ਨਾ ਭੂਖ ਸਭ ਨਾਸੀ। ਸੰਤ ਪ੍ਰਸਾਦ ਜਪਿਆ ਅਬਨਾਸੀ, ਰੈਣ ਦਿਨਸ ਪ੍ਰਭ ਸੇਵਕ ਮਾਣੀ। ਹਰ ਮਿਲਣ ਕੀ ਇਹ ਨਿਸ਼ਾਨੀ, ਮਿਟੈ ਜੰਜਾਲ ਹੋਏ ਪ੍ਰਭ ਦਇਆਲ। ਗੁਰ ਕਾ ਦਰਸ਼ਨ ਦੇਖ ਨਿਹਾਲ, ਪਰਾ ਪੁਰਬਲਾ ਕਰਮ ਬਣ ਆਇਆ। ਹਰ ਕੇ ਗੁਣ ਨਿਤ ਰਸਨਾ ਗਾਇਆ, ਹਰ ਕੇ ਸੰਤ ਸਦਾ ਪਰਵਾਣ। ਸੰਤ ਜਨਾ ਮਸਤਕ ਨਿਸ਼ਾਨ, ਦਾਸ ਕੀ ਰੇਣ ਪਾਏ ਜੇ ਕੋਏ। ਨਾਨਕ ਤਿਸ ਕੀ ਪਰਮ ਗਤ ਹੋਏ, ਹਰ ਕੇ ਸੰਤ ਸਦਾ ਪਰਵਾਣ। ਸੰਤ ਜਨ ਮਸਤਕ ਨਿਸ਼ਾਨ, ਦਾਸ ਕੀ ਰੇਣ ਪਾਏ ਜੇ ਕੋਏ। ਨਾਨਕ ਤਿਸ ਕੀ ਪਰਮ ਗਤ ਹੋਏ। ਪਰਮ ਸਨਮਾਨਯੋਗ
ਗੁਰੂ ਪਿਆਰੀ ਸਾਧ ਸੰਗਤ ਜੀ, ਵਡਭਾਗੇ ਹਾਂ। ਸਾਹਿਬਾਂ ਦੀ ਅਪਾਰ ਬਖਸ਼ਿਸ਼ ਹੋਈ ਹੈ। ਸਾਨੂੰ ਅੰਮ੍ਰਿਤ ਵੇਲੇ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਜੁੜ ਕਰਕੇ ਆਪਣੇ ਜੀਵਨ ਦੀਆਂ ਅਮੋਲਕ ਘੜੀਆਂ ਵਾਹਿਗੁਰੂ ਜੀ ਵੱਲੋਂ ਮਿਲੇ ਸਵਾਸਾਂ ਨੂੰ ਸਫਲੇ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸੁਆਓ ਕੁਝ ਕੁ ਸਮਾਂ ਆਪਣੀਆਂ ਮਨੋਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਗੁਰੂ ਰਹਿਮਤ ਸਦਕਾ ਚੱਲ ਰਹੀ ਲੜੀਵਾਰ ਗੁਰਬਾਣੀ ਵਿਚਾਰ ਦੇ ਨਾਲ ਜੁੜਨ ਦੀ ਖੇਚਲਾ ਕਰੀਏ। ਜੋ ਪਾਵਨ ਪਵਿੱਤਰ ਸ਼ਬਦ ਜਾਪ ਸਰਵਣ ਕੀਤਾ ਹੈ, ਜਿਸ ਦੀ ਅਸਾਂ ਵਿਚਾਰ ਕਰਨੀ ਹੈ, ਇਹ ਪਵਿੱਤਰ ਸ਼ਬਦ ਜਾਪ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਪਾਵਨ ਪਵਿੱਤਰ ਰਸਨਾ ਦੁਆਰਾ ਉਚਾਰਨ ਹੋਇਆ ਜੋ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਅੰਗ ਨੰਬਰ 897 ਦੇ ਉੱਪਰ ਰਾਮਕਲੀ ਰਾਗ ਦੇ ਵਿੱਚ ਸੁਸ਼ੋਭਿਤ ਹੈ। ਇਸ ਸ਼ਬਦ ਦੇ ਵਿੱਚ ਸਾਹਿਬਾਂ ਨੇ ਕਿਰਪਾ ਕੀਤੀ ਹੈ, ਸਾਨੂੰ ਸਮਝਾਉਣਾ ਕੀਤਾ ਹੈ ਕਿ ਇਹ ਭਾਈ ਹਰੇਕ ਪ੍ਰਾਣੀ ਹੀ ਜਿਸ ਤੇ ਮਾਲਿਕ ਦੀ ਬਖਸ਼ਿਸ਼ ਹੋਈ ਹੈ, ਜਿਹਨੂੰ ਸਰੀਰ ਮਿਲਿਆ ਹੈ, ਸ੍ਰਿਸ਼ਟੀ ਦੇ ਪਾਲਕ ਵਾਹਿਗੁਰੂ ਦਾ ਜਸ ਗਾਉਣਾ ਚਾਹੀਦਾ ਹੈ। ਹਰ ਇੱਕ ਜੀਵ ਨੂੰ ਗੁਰੂ ਕਾ ਸ਼ਬਦ ਜਪਣ ਨਾਲ ਸਾਹਿਬ ਕਹਿੰਦੇ ਆ ਵੀ ਮਾਲਿਕ ਦੇ ਜਸ ਕਰਨ ਦੇ ਨਾਲ, ਕਿਉਂਕਿ ਬਾਣੀ ਵਾਹਿਗੁਰੂ ਦਾ ਸਾਰਾ ਜਸ ਹੈ, ਉਸ ਵਾਹਿਗੁਰੂ ਦੀ ਉਸਤਤ ਹੈ, ਉਹਦੇ ਗੁਣਾਂ ਦੀ ਇਹ ਸਾਰੀ ਵਿਚਾਰ ਹੈ। ਇਸ ਬਾਣੀ ਦੁਆਰਾ ਸਾਹਿਬ ਜੀ ਕਹਿੰਦੇ ਨੇ ਜੋ ਵੀ ਜੀਵ ਪ੍ਰਮਾਤਮਾ ਦੇ ਨਾਮ ਨੂੰ ਜਪਦਾ, ਉਹਦੇ ਗੁਣਾਂ ਨੂੰ ਗਾਉਂਦਾ, ਉਹਦੀ ਉਸਤਤ ਕਰਦਾ ਹੈ, ਜਨਮਾਂ ਜਨਮਾਂਤਰਾਂ ਦੇ ਦੁੱਖਾਂ ਪਾਪਾਂ ਦਾ ਸਾਹਿਬ ਕਹਿੰਦੇ ਨਾਸ ਹੋ ਜਾਂਦਾ ਹੈ। ਇਸ ਬਾਣੀ ਨੂੰ ਪੜ੍ਹਨ ਸੁਣਨ ਦੇ ਨਾਲ, ਇਹ ਤਾਂ ਆਪਾਂ ਰੋਜ਼ਾਨਾ ਹੀ ਪੜ੍ਹਦੇ ਹਾਂ, 4 ਪੌੜੀਆਂ ਸੁਣਨ ਦੀਆਂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ। ਹਰ ਇੱਕ ਪੌੜੀ ਦੇ ਆਖਰ ਪੰਕਤੀਆਂ ਵਿੱਚ ਜਾ ਕੇ ਸਾਹਿਬਾਂ ਹੀ ਆਖਣਾ ਕੀਤਾ ਹੈ ਵੀ ਭਾਈ ਇਸ ਨਾਮ ਬਾਣੀ ਨੂੰ ਮਹਿਮਾ ਨੂੰ ਸੁਣਨ ਦੇ ਨਾਲ ਦੁੱਖਾਂ ਪਾਪਾਂ ਦਾ ਨਾਸ਼ ਹੁੰਦਾ ਹੈ। ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ਼। ਸੁਣਨ ਦੇ ਨਾਲ ਹੀ ਗੁਰੂ ਪਿਆਰਿਓ ਸਿੱਧੀਆਂ ਪ੍ਰਾਪਤ ਹੁੰਦੀਆਂ ਨੇ, ਸੋਹਣੀ ਬੁੱਧ ਪ੍ਰਾਪਤ ਹੁੰਦੇ। ਸੁਣਨ ਦੇ ਨਾਲ ਹੀ ਭਾਵ ਕਿ ਆ ਸ੍ਰਿਸ਼ਟੀ ਵਿੱਚ ਰਾਜ ਮਿਲਦੇ ਨੇ, ਭਾਵ ਕਿ ਪਿਆਰ ਮਿਲਦਾ ਹੈ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ਼। ਇਹ ਪੜ੍ਹਦੇ ਆਪਾਂ ਵੀ ਸੁਣਨ ਦੇ ਨਾਲ ਹੀ ਇਹ ਸਭ ਪ੍ਰਕਿਰਿਆ ਚੱਲ ਰਹੀ ਹੈ। ਤਾਂ ਧਿਆਓ ਸਾਹਿਬਾਂ ਨੇ ਸਾਡੇ ਤੇ ਵੀ ਇਹ ਮਿਹਰ ਕੀਤੀ ਹੈ ਵੀ ਇਹ ਬੰਦਿਆ ਵਾਹਿਗੁਰੂ ਦੀ ਉਸਤਤ ਕਰਿਆ ਕਰ, ਉਹਦੀ ਮਹਿਮਾ ਵਡਿਆਈ ਨਾਮ ਨੂੰ ਸੁਣਿਆ ਕਰ। ਸੁਣਨ ਦੇ ਨਾਲ ਹੀ ਪੜ੍ਹਨ ਦੇ ਨਾਲ ਹੀ ਕਿਰਪਾ ਹੁੰਦੀ ਹੈ। ਇਹ ਕਹਿ ਲਈ ਵੀ ਆ ਜਿਹੜਾ ਵਜੂਦ ਬਖਸ਼ਿਸ਼ ਕੀਤਾ ਮੇਰੇ ਸਾਹਿਬਾਂ ਨੇ, ਆ ਸਰੀਰ ਦਿੱਤਾ, ਇਹਦਾ ਮੇਨ ਮਕਸਦ ਹੀ ਇਹ ਹੈ। ਸਾਰੀ ਆਪਾਂ ਪੜ੍ਹਦੇ ਹਾਂ ਜੋ ਰਹਿਮਤ ਕੀਤੀ ਹੈ ਸਤਿਗੁਰਾਂ ਨੇ। ਅੰਤਰ ਗੁਰ ਆਰਾਧਨਾ ਜੇਵਾ ਜਾਪ ਗੁਰ ਨਾਉ, ਨੇਤਰੀ ਸਤਿਗੁਰ ਪੀਖਣਾ ਸਰਵਣੀ ਸੁਣਨਾ ਗੁਰ ਨਾਉ। ਸਤਿਗੁਰ ਛੇਤੀ ਰਤਿਆ ਦਰਗਹਿ ਪਾਈਐ ਠਾਉ। ਸਾਹਿਬ ਕਹਿੰਦੇ ਆ ਵੀ ਇਉਂ ਭਾਈ ਰੱਤੇ ਜਾਈਦਾ ਮਾਲਕ ਦੇ ਨਾਲ ਵੀ ਜੇ ਅੰਤਰੀਵੀ ਤੌਰ ਤੇ ਪ੍ਰਮਾਤਮਾ ਨੂੰ ਅਸੀਂ ਧਿਆਉਣਾ ਕਰੀਏ, ਉਹਦੀ ਆਰਾਧਨਾ ਕਰੀਏ,
ਇਹਨਾਂ ਨੇਤਰਾਂ ਨਾਲ ਦੀਦਾਰ ਕਰੀਏ, ਭਾਵ ਕਿ ਬਾਣੀ ਨੂੰ ਪੜ੍ਹਨਾ ਕਰੀਏ, ਗੁਰੂ ਕੀ ਸੰਗਤ ਦੇ ਦੀਦਾਰ ਕਰੀਏ, ਕੰਨਾਂ ਨਾਲ ਸਾਹਿਬਾਂ ਦੇ ਬਚਨਾਂ ਨੂੰ ਸੁਣਨਾ ਕਰੀਏ, ਜੇਬਾਂ ਨਾਲ ਜਪਣਾ ਕਰੀਏ, ਤੇ ਫਿਰ ਸਾਹਿਬ ਜੀ ਕਹਿੰਦੇ ਨੇ ਇਉਂ ਰਤੇ ਜਾਈਦਾ ਵਾਹਿਗੁਰੂ ਦੇ ਨਾਲ। ਇੱਕ ਮਿਕਤਾ ਹੋ ਜਾਂਦੀ ਹੈ। ਇਸ ਮਿਹਨਤ ਨੂੰ ਕਹਿ ਲਈਏ ਫਲ ਲੱਗਦਾ। ਜੇ ਕੋਈ ਇਹ ਮਿਹਨਤ ਕਰਦਾ ਹੈ ਤੇ ਫਿਰ ਮਾਲਕ ਦੇ ਚਰਨਾਂ ਵਿੱਚ ਕਹਿ ਲਈਏ, ਦਰਗਾਹ ਵਿੱਚ ਕਹਿ ਲਈਏ ਵੀ ਥਾਂ ਮਿਲ ਜਾਂਦਾ ਹੈ। ਨਹੀਂ ਥਾਂ ਨਹੀਂ ਤਾਂ ਅਸੀਂ ਪਤਾ ਨਹੀਂ ਕਦੇ ਚੱਲੇ ਹੋਇਆਂ, ਵਿਛੜੇ ਹੋਇਆਂ ਵਾਹਿਗੁਰੂ ਦੇ ਨਾਲੋਂ। ਇਹ ਆਤਮਾ ਦਾ ਵਿਛੋੜਾ ਪਿਆ ਹੋਇਆ, ਤੇ ਕਦੇ ਕੋਈ ਸਰੀਰ ਵਜੂਦ ਮਿਲ ਗਿਆ, ਕਦੇ ਕੋਈ ਮਿਲ ਗਿਆ, ਤੇ ਉਹੀ ਕੰਮ ਚੱਲਦਾ ਹੀ ਆ ਰਿਹਾ ਹੈ। ਕਿਉਂਕਿ ਸਾਹਿਬਾਂ ਨੇ ਵਚਨ ਕੀਤਾ, ਆਪਾਂ ਬੜੀ ਵਾਰੀ ਪੜ੍ਹਦੇ ਹਾਂ ਵਚਨ, ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜਮੀਨ ਕਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਬਰ ਬਿਰਖ ਜੋਇਓ। ਕਿੰਨੇ ਜਨਮ ਸਾਹਿਬ ਨੇ ਕਹਿ ਦਿੱਤਾ। ਪਰ ਸਤਿਗੁਰੂ ਜੀ ਕਹਿੰਦੇ ਨੇ ਮਿਲ ਜਗਦੀਸ਼ ਮਿਲਣ ਕੀ ਵਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਬੜੇ ਚਿਰਾਂ ਬਾਅਦ ਆਹ ਦੇਹ ਹੈ ਜਿਹੜੀ ਮਨੁੱਖਾ ਜਨਮ, ਜਿਹਨੂੰ ਸਾਹਿਬ ਨੇ ਕਹਿਤਾ ਭਈ ਪ੍ਰਾਪਤ ਮਾਨੁਖ ਦਿਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ ਬਾਰੀ ਹੈ ਭਾਈ। ਆਹ ਜਿਹੜਾ ਮਨੁੱਖਾ ਜਨਮ ਤੈਨੂੰ ਪ੍ਰਾਪਤ ਹੋ ਗਿਆ, ਇਹ ਤੈਨੂੰ ਹੁਣ ਵਾਰੀ ਸਮਝ ਲੈ ਵੀ ਮਿਲ ਗਈ ਹੈ। ਹੁਣ ਗੁਣ ਗਾ ਪਰਮਾਤਮਾ ਦੀ, ਉਹਨੂੰ ਧਿਆਉਣਾ ਕਰ, ਰਹਿਮਤ ਹੋ ਸਕਦੀ ਹੈ, ਸਾਰੇ ਦੁੱਖਾਂ ਪਾਪਾਂ ਦਲਿੱਦਰਾਂ ਦਾ ਨਾਸ਼ ਹੋ ਸਕਦਾ। ਸਾਹਿਬ ਕਹਿੰਦੇ ਨੇ ਜੇ ਭਾਈ ਇਸ ਬਾਣੀ ਨਾਲ ਜੁੜ ਜਾਵੇ, ਜੁੜਨ ਦੇ ਨਾਲ ਇਸ ਬਾਣੀ ਨੂੰ ਪਿਆਰ ਵਿੱਚ ਕਿਤੇ ਸੁਣੇ ਟਿਕ ਕੇ, ਸਾਹਿਬ ਕਹਿੰਦੇ ਸੁਣਨ ਦੇ ਨਾਲ ਹੀ ਇਹ ਕਿਰਪਾ ਹੁੰਦੀ ਹੈ। ਕਿਉਂਕਿ ਇਹ ਵੀ ਆਪਾਂ ਬਚਨ ਬੜੀ ਵਾਰ ਪੜ੍ਹਦੇ ਆ, ਮੰਗਲਾਂ ਦੇ ਵਿੱਚ ਵੀ ਗੁਰੂ ਪਿਆਰਿਓ, ਉੱਚਾ ਪਾਰ ਬੇਅੰਤ ਸੁਆਮੀ ਕੌਣ ਜਾਣੇ ਗੁਣ ਤੇਰੇ। ਸਾਹਿਬਾ ਕਹਿੰਦੇ ਆ ਗਾਵਤੇ ਉਧਰੇ, ਗਾਉਣ ਵਾਲਿਆਂ ਦਾ ਵੀ ਉਧਾਰ, ਸੁਣਤੇ ਉਧਰੇ, ਸੁਣਨ ਵਾਲਿਆਂ ਦਾ ਵੀ ਉਧਾਰ। ਗਾਵਤੇ ਉਧਰੇ ਸੁਣਤੇ ਉਧਰੇ, ਬਿਨਸਾਏ ਪਾਪ ਘਨੇਰੇ। ਬੜੇ ਬਹੁਤ ਹੀ ਪਾਪਾਂ ਦਾ ਵਿਨਾਸ਼ ਹੋ ਜਾਂਦਾ ਸੁਣਨ ਪੜ੍ਹਨ ਦੇ ਨਾਲ। ਸਤਿਗੁਰੂ ਜੀ ਕਹਿ ਰਹੇ ਨੇ ਪਸ਼ੂ ਪ੍ਰੇਤ ਮੁਗਧ ਕੋ ਤਾਰੇ। ਪਸ਼ੂ ਬਿਰਤੀ ਵਾਲਿਆਂ ਨੂੰ, ਪ੍ਰੇਤ ਬਿਰਤੀ ਵਾਲਿਆਂ ਨੂੰ, ਸਾਹਿਬ ਕਹਿੰਦੇ ਮੂਰਖਾਂ ਨੂੰ ਇਹ ਬਾਣੀ ਤਾਰ ਦਿੰਦੀ ਹੈ। ਜੇ ਕਿਤੇ ਪਿਆਰ ਵਿੱਚ ਕੋਈ ਸੁਣ ਲਵੇ, ਸਮਝ ਜਾਵੇ, ਰਹਿਮਤ ਹੋ ਜਾਂਦੀ ਆ। ਪਸ਼ੂ ਪ੍ਰੇਤ ਮੁਗਧ ਕੋ ਤਾਰੇ। ਪਾਹਣ, ਪਾਹਣ ਪੱਥਰ ਨੂੰ ਕਹਿੰਦੇ ਆ, ਪੱਥਰ ਦਿਲ ਵੀ ਉਹਨਾਂ ਦਾ ਵੀ ਪਾਰ ਉਤਾਰਾ ਹੋ ਜਾਂਦਾ। ਪਾਹਣ ਪਾਰ ਉਤਾਰੇ ਨਾਨਕ ਦਾਸ ਤੇਰੀ ਸਰਣਾਈ। ਜਿਹੜਾ ਤੇਰੀ ਸ਼ਰਨ ਵਿੱਚ ਰਹਿੰਦਾ ਸੱਚੇ ਪਾਤਸ਼ਾਹ, ਅਸੀਂ ਤੇਰੀ ਸ਼ਰਨ ਵਿੱਚ ਆਇਆ, ਇਉਂ ਕਹਿ ਲਈਏ ਸਦਾ ਸਦਾ ਬਲਿਹਾਰੇ। ਤੇ ਤੂੰ ਸਦਾ ਹੀ ਵਾਰੇ ਵਾਰੇ ਜਾਣਿਆ ਜਾਈਏ ਬਲਿਹਾਰ ਸਾਹਿਬਾਂ। ਐਸੇ ਸਾਹਿਬ ਤੋਂ ਵਾਰੇ ਵਾਰੇ ਜਾਈਏ। ਨਰਪਤ ਨਮਸਕਾਰ ਪੜ੍ਹਦੇ ਆਪਾਂ, ਨਾਰਾਇਣ ਨਰਪਤ ਨਮਸਕਾਰ। ਐਸੇ ਗੁਰ ਕੋ ਬਾਲ ਬਾਲ ਜਾਈਏ, ਆਪ ਮੁਕਤ ਮੋਹਿ ਤਾਰੇ। ਇਹੋ ਜਿਹੇ ਗੁਰੂ ਤੋਂ ਵਾਰੇ ਵਾਰੇ ਜਾਈਏ ਜਿਹੜਾ ਆਪ ਮੁਕਤ ਹੈ, ਵਿਸ਼ੇ ਵਿਕਾਰਾਂ ਦੇ ਵਿੱਚੋਂ, ਰਸਿਆ ਕਸਾਂ ਦੇ ਵਿੱਚੋਂ ਮੁਕਤ ਹੈ। ਸਾਹਿਬ ਕਹਿੰਦੇ ਨਿਰਲੇਪ ਹੈ। ਐਸੇ ਗੁਰੂ ਤੋਂ ਵਾਰੇ ਵਾਰੇ ਜਾਈਏ ਜਿਹੜਾ ਆਪ ਤਾਂ ਮੁਕਤ ਹੈ ਤੇ ਸਾਡਾ ਵੀ ਪਾਰ ਉਤਾਰਾ ਕਰਦਾ ਹੈ। ਰਹੋ ਵਿਚਾਰ ਆਓ। ਸਾਹਿਬਾਂ ਨੇ ਕਿਰਪਾ ਕੀਤੀ ਹੈ। ਅੱਜ ਦੇ ਸ਼ਬਦ ਵਿੱਚ ਰਹਾਉ ਵਾਲਾ ਬੰਦ ਹੈ ਜੋ ਗੋਪਾਲ ਕੋ ਜਸ ਗਾਓ ਪੁਰਾਣੀ। ਇਹ ਪ੍ਰਾਣੀ ਭਾਈ ਗੋਪਾਲ, ਗੋਪਾਲ ਦਾ ਭਾਵ ਜਿਹੜਾ ਇਸ ਗੋ ਧਰਤੀ ਪ੍ਰਿਥਵੀ ਨੂੰ ਕਹਿੰਦੇ ਆ ਪਾਲ, ਪਾਲਣ ਵਾਲਾ, ਜਿਹੜਾ ਸਾਰੀ ਸ੍ਰਿਸ਼ਟੀ ਦਾ ਪਾਲਣਹਾਰ ਵਾਹਿਗੁਰੂ ਹੈ। ਸਾਹਿਬ ਕਹਿੰਦੇ ਆ ਐ ਪ੍ਰਾਣੀ ਉਸ ਵਾਹਿਗੁਰੂ ਦੇ ਭਾਈ ਗੁਣ ਗਾ, ਗੁਣ ਗਾਇਆ ਕਰ। ਗੁਣ ਗਾਉਣ ਨਾਲ ਹੀ ਕਿਰਪਾ ਹੁੰਦੀ ਹੈ। ਸਾਹਿਬ ਜੀ ਕਹਿੰਦੇ ਨੇ ਅਕਥ ਕਥਾ ਸਾਚੀ ਪ੍ਰਪੂਰਨ, ਜੋਤੀ ਜੋਤ ਸਮਾਣੀ। ਉਸ ਵਾਹਿਗੁਰੂ ਦੀ ਅਕਥ ਕਥਾ ਸੱਚੀ ਬਾਣੀ ਹੈ, ਸੱਚੀ ਕਥਾ ਵਾਹਿਗੁਰੂ ਦੀ ਨਹੀਂ। ਬਹੁਤਾਤ ਕਥਾਵਾਂ ਐਸੀਆਂ ਨੇ ਬਣੀਆਂ ਹੋਈਆਂ ਪ੍ਰਚਲਿਤ ਗੱਲਾਂ ਸੱਚੀਆਂ ਨਹੀਂ ਹਨ, ਝੂਠੀਆਂ ਕਹਾਣੀਆਂ ਬਣਾਈਆਂ ਹੋਈਆਂ ਨੇ ਬਹੁਤਾਤ, ਪਰ ਆਹ ਸੱਚੀ ਕਥਾ। ਸਾਹਿਬ ਕਹਿੰਦੇ ਨੇ ਵੀ ਇਹ ਵਾਹਿਗੁਰੂ ਦੀ ਸੱਚੀ ਅਕਥ ਕਥਾ ਹੈ ਭਾਈ, ਪੂਰਨ ਪ੍ਰਭੂ ਦੇ ਵਚਨ ਨੇ। ਸਾਹਿਬ ਕਹਿੰਦੇ ਜਿਹੜਾ ਇਹਨਾਂ ਨਾਲ ਜੁੜ ਜਾਂਦਾ ਹੈ ਜੋਤੀ ਜੋਤ ਸਮਾਣੀ।
ਉਹ ਜੋਤੀ ਵਿੱਚ ਉਹਦੀ ਜੋਤ ਭਾਵ ਕਿ ਪ੍ਰਭੂ ਪਰਮਾਤਮਾ ਵਿੱਚ ਜੋਤ ਉਹਦੀ ਮਿਲ ਜਾਂਦੀ ਹੈ। ਆਤਮਾ ਕਹ ਲਈਏ ਪਰਮਾਤਮਾ ਵਿੱਚ ਮਿਲਾਪ ਹੋ ਜਾਂਦਾ। ਜਿਹੜਾ ਇਸ ਕਥਾ ਦੇ ਨਾਲ ਸੱਚ ਕਰਕੇ ਜੁੜ ਜਾਂਦਾ ਹੈ, ਇਸ ਵਾਹਿਗੁਰੂ ਦੀ ਵਿਚਾਰਧਾਰਾ ਨੂੰ, ਗੁਰਬਾਣੀ ਨੂੰ ਕਹੀਏ ਆਪਾਂ ਵੀ ਜਿਹੜਾ ਸੱਚ ਕਰਕੇ ਮੰਨ ਲੈਂਦਾ, ਵਿਸ਼ਵਾਸ ਕਰਕੇ ਮੰਨਦਾ ਹੈ, ਕਿਉਂਕਿ ਗੱਲ ਵਿਸ਼ਵਾਸ ਦੀ ਹੋਈ ਹੈ। ਜੇ ਵਿਸ਼ਵਾਸ ਨਹੀਂ ਆਇਆ ਤਾਂ ਉਹਦਾ ਕੁਝ ਵੀ ਕਰੀ ਜਾਈਏ। ਇਹ ਵੀ ਬਚਨ ਆਪਾਂ ਬਹੁਤਾਤ ਵਾਰ ਪੜ੍ਹਦੇ ਹਾਂ। ਸਹਿਬਾ ਆਖਣਾ ਕੀਤਾ ਹੈ, ਸਤਿਗੁਰੂ ਕੀ ਪ੍ਰਤੀਤ ਨਾ ਆਇਓ, ਸ਼ਬਦ ਨਾ ਲਾਗੋ ਭਾਉ, ਤਿਸਨੋ ਸੁਖ ਨਾ ਉਪਜੈ, ਭਾਵੇਂ 100 ਗੇੜਾ ਆਬ ਹੋ ਜਾਏ। ਸਾਹਿਬ ਕਹਿੰਦੇ ਜਿਹਨੂੰ ਭਾਈ ਮਾਲਕ ਉੱਪਰ ਵਿਸ਼ਵਾਸ ਨਹੀਂ ਹੈ, ਸ਼ਬਦ ਨਾਲ, ਗੁਰੂ ਕੀ ਬਾਣੀ ਦੇ ਨਾਲ ਕੋਈ ਭਾਵ ਪ੍ਰੇਮ ਨਹੀਂ ਹੈ, ਤੇ ਸਾਹਿਬ ਕਹਿੰਦੇ ਉਹ ਭਾਵੇਂ 100 ਗੇੜਾ ਕੱਢੀ ਜਾਵੇ, ਇਉਂ ਭਾਵੇਂ ਕਹਿ ਲਈਏ ਵੀ ਨਮਸਕਾਰਾਂ ਕਰੀ ਜਾਵੇ, ਕਹਿੰਦੇ ਸੁੱਖ ਨਹੀਂ ਪੈਦਾ ਹੋਣਾ। ਭਾਵੇਂ ਇਉਂ ਕਹਿ ਲਈਏ ਵੀ ਜਨਮ ਮਰਨ ਦੇ ਗੇੜ ਵਿੱਚ 100 ਵਾਰੀ ਆਉਂਦਾ ਜਾਂਦਾ ਰਹੇ, ਪਰ ਜਨਮ ਕਿਸੇ ਵਿੱਚ ਸੁੱਖ ਨਹੀਂ ਮਿਲਣਾ। ਪਰ ਜਿਹਨੂੰ ਵਿਸ਼ਵਾਸ ਨਹੀਂ ਹੈ ਮਾਲਕ ਦੇ ਉੱਪਰ, ਗੱਲ ਵਿਸ਼ਵਾਸ ਦੀ ਹੈ। ਜਿਨ੍ਹਾਂ ਨੂੰ ਵਿਸ਼ਵਾਸ ਆਇਆ ਤੇ ਉਹਨਾਂ ਸੁੱਖ ਸਕੂਨ ਆਨੰਦ ਪਾਇਆ ਹੈ। ਜਿਨ੍ਹਾਂ ਨੂੰ ਵਿਸ਼ਵਾਸ ਨਹੀਂ ਆਇਆ, ਗੁਰੂ ਪਿਆਰਿਓ, ਇਤਿਹਾਸ ਬੇਅੰਤ ਨੇ। ਭਾਈ ਬਚਿੱਤਰ ਸਿੰਘ ਨੂੰ ਵਿਸ਼ਵਾਸ ਸੀ ਗੁਰੂ ਪਾਤਸ਼ਾਹ ਤੇ ਜਦੋਂ ਵਚਨ ਕੀਤਾ ਸੀ ਬਈ ਭਾਈ, ਪਹਿਲਾਂ ਤਾਂ ਦੁਨੀ ਚੰਦ ਦੀ ਗੱਲ ਹੋਈ ਬਈ ਭਾਈ ਹੈਗਾ ਸਾਡੇ ਕੋਲੇ ਵੀ ਹਾਥੀ, ਜੇ ਉਹਨਾਂ ਦਾ ਜ਼ਾਲਮਾਂ ਦਾ ਆਉਂਦਾ ਹਾਥੀ ਕਹਿੰਦਾ, ਤੇ ਸਾਡੇ ਕੋਲ ਵੀ ਆ ਹਾਥੀ ਹੈ, ਬੜਾ ਮੋਟਾ ਡਾਢਾ ਲੰਬਾ ਸੀ, ਰਸੋਈਆ ਸੀ, ਰਸੋਈ ਵਿੱਚ ਕੰਮ ਕਾਰ ਕਰਿਆ ਕਰਦਾ, ਖਾਣਾ ਪੀਣਾ ਚੰਗਾ ਸੀ, ਪਰ ਸਾਹਿਬਾਂ ਤੇ ਵਿਸ਼ਵਾਸ ਨਹੀਂ ਸੀ। ਤੇ ਜਦੋਂ ਨਾਂ ਲਿਆ, ਥਰ ਥਰ ਕੰਬਣ ਲੱਗਿਆ ਤੇ ਆਖਣ ਲੱਗਿਆ ਵੀ ਲੈ ਇਹ ਸਤਿਗੁਰੂ ਹੁਣ ਕੀ ਕਰਨਗੇ, ਮੈਨੂੰ ਮਰਵਾਉਣਗੇ, ਮੈਂ ਹਾਥੀ ਨਾਲ ਕਿੱਥੋਂ ਲੜ ਲਵਾਂਗਾ। ਤੇ ਫਿਰ ਜਦੋਂ ਪਤਾ ਲੱਗਿਆ, ਗੁਰੂ ਪਿਆਰਿਓ, ਰਾਤਰੀ ਨੂੰ ਹੀ ਭੱਜਣ ਦੀ ਕੋਸ਼ਿਸ਼ ਕੀਤੀ ਸੀ, ਡਿੱਗ ਕੇ ਲੱਤ ਟੁੱਟ ਗਈ, ਭਾਵ ਕਿ ਉੱਦਾਂ ਹੀ ਸਰੀਰ ਖਤਮ ਕਰ ਲਿਆ। ਪਰ ਜਦੋਂ ਪਤਾ ਲੱਗਿਆ, ਸਾਹਿਬਾਂ ਨੂੰ ਦੱਸਿਆ ਵੀ ਮਾਲਕ ਜੀ ਤੁਹਾਡਾ ਹਾਥੀ ਤਾਂ ਭੱਜ ਗਿਆ, ਤੇ ਫਿਰ ਸਾਹਿਬਾਂ ਨੇ ਆਖਣਾ ਕੀਤਾ ਕੋਈ ਗੱਲ ਨਹੀਂ ਭਾਈ, ਆ ਵੇਖੋ ਸਾਡਾ ਬਚਿੱਤਰ ਸਿੰਘ ਹੈ। ਥਾਪੜਾ ਦਿੱਤਾ ਤੇ ਹੱਥ ਜੋੜ ਕੇ ਗਲ ਵਿੱਚ ਪੱਲੂ ਪਾ ਕੇ ਆਖਣਾ ਕੀਤਾ ਸੀ ਭਾਈ ਬਚਿੱਤਰ ਸਿੰਘ ਜੀਆਂ ਨੇ ਵੀ ਸੱਚਿਆ ਪਾਤਸ਼ਾਹ, ਉੱਦਾਂ ਤਾਂ ਮੈਂ ਹਾਥੀ ਨਾਲ ਕੀ ਮੈਂ ਕਿਸੇ ਨਾਲ ਵੀ ਨਹੀਂ ਲੜ ਸਕਦਾ, ਪਰ ਤੁਹਾਡਾ ਜੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਤੁਸੀਂ ਤੋਰੋ ਕਿ ਨਾ, ਤੁਹਾਡਾ ਥਾਪੜਾ ਹੋਵੇ, ਇੱਕ ਹਾਥੀ ਕੀ ਸੈਂਕੜੇ ਹਾਥੀਆਂ ਦਾ ਵੀ ਮੁਕਾਬਲਾ ਮੈਂ ਕਰ ਸਕਦਾ। ਤੁਹਾਡੀ ਮਿਹਰ ਸਦਕਾ ਸੱਚੇ ਪਾਤਸ਼ਾਹ, ਜੇ ਤੂੰ ਮੇਰੇ ਵੱਲ ਹੋਵੇ। ਇਹ ਵੀ ਆਪਾਂ ਪੜ੍ਹਦੇ ਹਾਂ ਬਚਨ ਸਾਹਿਬਾਂ ਦੇ, ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮਖਸ਼ੰਦਾ, ਤੁਧ ਸਭ ਕੁਝ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਵੀ ਸੱਚੇ ਪਾਤਸ਼ਾਹ ਫਿਰ ਕਿਹਦੀ ਖੁਸ਼ਾਮਦੀ ਕਰ ਰਿਹਾ ਸੀ, ਜੇ ਤੇਰੀ ਕਿਰਪਾ ਹੋਵੇ ਸਾਡੇ ਤੇ, ਜਾਂ ਤੂੰ ਸਾਡੇ ਵੱਲ ਹੋਵੇ। ਜਿਨ੍ਹਾਂ ਦੇ ਵੱਲ ਸੀ, ਜਿਨ੍ਹਾਂ ਨੇ ਵਿਸ਼ਵਾਸ ਕੀਤਾ, ਇਤਿਹਾਸ ਆਪਾਂ ਪੜ੍ਹਦੇ ਹਾਂ ਵੀ ਇੱਕ ਇੱਕ ਵੀ 1.25 ਲੱਖ ਤੇ ਭਾਰੂ ਹੋ ਗਿਆ। ਇੱਕ ਇੱਕ ਸਿੰਘ ਥਰ ਥਰ ਕੰਬਦੇ ਸਨ। ਸਿੰਘਾਂ ਨੂੰ ਗੁਰੂ ਪਿਆਰੇ ਸੁਣ ਕੇ ਹੀ ਵੀ ਇੱਧਰ ਸਿੰਘ ਨੇ, ਸਰੋਹ ਵਿਚਾਰ ਆਓ ਸਾਹਿਬਾਂ ਨੇ ਇਹ ਕਿਰਪਾ ਕੀਤੀ, ਸਾਨੂੰ ਸਮਝਾ ਵੀ ਗੁਰੂ ਕਿਆ ਸਿੱਖਾ, ਆਪਣੇ ਮਾਲਕ ਤੇ ਵਿਸ਼ਵਾਸ ਰੱਖੀ। ਜੇ ਵਿਸ਼ਵਾਸ ਨਾ ਹੋਇਆ ਕਿ ਨਾ, ਫਿਰ ਉੱਦਾਂ ਗੇੜੇ ਕੱਟਣ ਦਾ ਕੋਈ ਫਾਇਦਾ ਨਹੀਂ। ਸਾਹਿਬ ਕਹਿੰਦੇ ਆ ਵੀ ਜੇ ਵਿਸ਼ਵਾਸ ਹੀ ਨਹੀਂ ਹੈ, ਮਾਲਕ ਦਾ ਵਚਨ ਕੋਈ ਨਹੀਂ ਮੰਨਣਾ। ਤੇ ਇੱਥੋਂ ਤੱਕ ਵੀ ਆਖਿਆ, ਮਾਫ ਕਰਨਾ ਸਾਹਿਬਾਂ ਨੇ, ਵੀ ਜੋ ਤੂੰ ਨਮਸਕਾਰ ਵੀ ਕਰਦਾ ਭਾਈ, ਅਸਲ ਵਿੱਚ ਤਾਂ ਨਮਸਕਾਰ ਕੀ ਹੈ, ਤੁਧਨੋਂ ਨਿਵਣ ਮੰਨਣ ਤੇਰਾ ਨਾਮ। ਤੈਨੂੰ ਨਿਮਣਾ, ਤੈਨੂੰ ਨਿਉਤਾ ਕਰਨਾ, ਤੈਨੂੰ ਨਮਸਕਾਰ ਕਰਨੀ, ਤੇਰਾ ਨਾਮ ਮੰਨ ਲੈਣਾ। ਵੀ ਜੋ ਤੁਸੀਂ ਬਾਣੀ ਦੁਆਰਾ ਕਹਿੰਦੇ ਹੋ ਉਹਨੂੰ ਸਵੀਕਾਰ ਕਰਨਾ, ਅਸਲ ਵਿੱਚ ਇਹ ਨਮਣਾ ਹੈ। ਪਰ ਜੇ ਸਵੀਕਾਰ ਨਹੀਂ ਕਰਦੇ ਤਾਂ ਉਹ ਵੀ ਪੱਖ ਦੱਸਿਆ ਸਾਹਿਬ ਜੀਆਂ ਨੇ। ਸਤਿਗੁਰਾਂ ਆਖਣਾ ਕੀਤਾ ਹੈ, ਸਾਨੂੰ ਸਮਝਾਇਆ ਵੀ ਬੰਦਿਆ ਸਲਾਮ ਜਵਾਬ ਦੋਵੇ ਕਰੇ, ਮੋਢੋ ਕੱਥਾ ਜਾਏ, ਨਾਨਕ ਦੋਵੇ ਕੂੜੀਆਂ, ਥਾਏ ਨਾ ਕਾਈ ਪਾਏ। ਸਾਹਿਬ ਕਹਿੰਦੇ ਇੱਕ ਤੋਂ ਸਲਾਮ ਵੀ ਕਰਦਾ, ਭਾਵ ਨਮਸਕਾਰ ਵੀ, ਤੇ ਸਾਹਿਬਾ ਜੋ ਤੈਨੂੰ ਵਚਨ ਕਰਦੇ ਆ ਤੇ ਜਵਾਬ ਵੀ ਠਾ ਦੇਈ ਜਾਣਾ ਨਾਲ ਹੁੰਦੇ। ਕਹੀ ਜਾਣਾ ਨਾ, ਬਾਣੀ ਵਿੱਚ ਤਾਂ ਬਹੁਤ ਕੁਛ ਹੈ, ਇਹ ਥੋੜ੍ਹੀ ਮੰਨਿਆ ਜਾਣਾ, ਇਹ ਅਸੀਂ ਥੋੜ੍ਹੀ ਕਰ ਸਕਦੇ ਹਾਂ। ਭਾਵ ਕਿ ਇਹ ਜਵਾਬ ਹੈ ਸਾਡਾ, ਵੀ ਜਵਾਬ ਵੀ ਨਾਲ ਦੇਈ ਜਾਣਾ, ਨਮਸਕਾਰ ਵੀ ਕਰਦਾ ਹੈ,
ਤੇ ਸਾਹਿਬ ਕੀ ਕਹਿੰਦੇ ਹੈ, ਸਲਾਮ ਜਵਾਬ ਦੋਵੇਂ ਕਰੇ, ਵੀ ਦੋਵੇਂ ਗੱਲਾਂ ਕਰੀ ਜਾਣਾ। ਸਾਹਿਬ ਕਹਿੰਦੇ ਨੇ ਵੀ ਦੋਨੇ ਹੀ ਭਾਈ ਤੇਰੀਆਂ ਇਹ ਸੱਚੀਆਂ ਨਹੀਂ ਹਨ, ਮੁੱਢੋਂ ਘੁੱਥਾ ਜਾਏ, ਵੀ ਬਸ ਤੇਰਾ ਤੱਕ ਇਹ ਸਮਝ ਲੈ ਵੀ ਮੁੱਢ ਤੋਂ ਹੀ ਤੂੰ ਆਪਣਾ ਖਾਤਮਾ ਕਰ ਲਿਆ ਹੈ। ਸਾਹਿਬ ਕਹਿੰਦੇ ਨੇ ਨਾਨਕ ਦੋਵੇਂ ਕੂੜੀਆਂ ਇਹ ਦੋਨੇ ਝੂਠੀਆਂ ਗੱਲਾਂ ਨੇ, ਥਾਏ ਨਾ ਕਾਈ ਪਾਏ, ਕਹਿੰਦੇ ਥੋ ਟਿਕਾਣਾ ਕੋਈ ਨਹੀਂ ਮਿਲਣਾ। ਇਦਾਂ ਫਿਰ ਕਿਉਂ ਨਹੀਂ, ਭਾਵ ਕਿ ਨਾ ਨਮਸਕਾਰ ਥਾਏ ਪਈ ਹੈ ਤੇ ਨਾ ਜਵਾਬ ਦਿੱਤਾ, ਜਿਹੜਾ ਕੁਝ ਵੀ ਨਹੀਂ ਤੇਰਾ ਤਾਂ ਬਣਿਆ। ਸਾਹਿਬ ਕਹਿੰਦੇ ਇਸ ਕਰਕੇ ਸਾਹਿਬਾਂ ਨੇ ਆਖਣਾ ਕੀਤਾ ਵੀ ਭਲਿਆ ਇਉਂ ਨਿਵਣ ਵਾਲੇ ਤਾਂ ਬਹੁਤ ਨੇ, ਅਪਰਾਧੀ ਦੂਣਾ ਨਿਵੈ, ਅਪਰਾਧ ਕਰਨ ਵਾਲੇ ਵੀ ਉੱਦਾਂ ਤਾਂ ਨਿਮਦੇ ਹੈ। ਡੰਡੌਤ ਭਾਵ ਕੇ ਲੰਬੇ ਪੈਕੀ ਨਿਸ਼ਾਨਾ ਲਾਉਂਦੇ ਆ ਜੀਵ ਹੱਤਿਆ ਕਰਨ ਵਾਲੇ, ਜਿਨ੍ਹਾਂ ਨੂੰ ਆਪਾਂ ਸਕਾਰੀ ਕਹਿ ਦਿੰਦੇ ਆ, ਵੀ ਸਕਾਰ ਕਰਨ ਵਾਲੇ, ਕਿਸੇ ਨੂੰ ਖਤਮ ਕਰਨ ਵਾਲੇ ਲੰਬੇ ਹੀ ਪੈ ਜਾਂਦੇ ਆ। ਫਿਰ ਉਹਨੂੰ ਵੀ ਮੰਨੀਏ ਵੀ ਉੱਦਾਂ ਨਹੀਂ ਨਮਸਕਾਰ ਕਰਦੇ ਆ, ਉਹ ਨਾ, ਮਨ ਵਿੱਚ ਸਲ ਕਪਟ ਹੈ। ਇਹਦਾ ਹੀ ਸਾਹਿਬ ਕਹਿੰਦੇ ਜੇ ਤੇਰੇ ਅੰਦਰੋਂ ਸਲ ਕਪਟ ਨਾ ਨਿਕਲਿਆ ਭਲਿਆ ਤਾਂ ਤੇਰਾ ਵੀ ਬਸ ਉਹੀ ਨਿਮਣਾ, ਅਪਰਾਧੀ ਦੂਣਾ ਨਿਵੇ ਜੋ ਹੰਤਾ ਮਿਰਗਾਏ। ਸਾਹਿਬ ਕਹਿੰਦੇ ਸ਼ੀਸ ਨਵਾਇਆ ਕਿ ਆਥੀ ਹੈ ਜੋ ਹਿਰਦੈ ਕੁਸ਼ੁੱਧੈ ਜਾਏ। ਸਾਹਿਬ ਕਹਿੰਦੇ ਕੀ ਹੋਇਆ ਭਾਈ ਸੀਸ ਨਿਵਿਆਂ ਦਾ, ਜੇ ਹਿਰਦੇ ਵਿੱਚ ਉਹੀ ਕੁਛ ਰਹਿ ਗਿਆ ਤੇਰੇ ਹਿਰਦੇ ਵਿੱਚੋਂ। ਇਹ ਕਹਿ ਲਈ ਆਪਾਂ ਜੇ ਤੇਰੇ ਅੰਦਰ ਭਾਈ ਉਹ ਸੁਚੱਜਤਾ ਨਾ ਆਈ, ਤੈਨੂੰ ਢੰਗ ਤਰੀਕਾ ਜਿਉਣ ਦਾ ਨਾ ਆਇਆ, ਤੈਨੂੰ ਭਲੇ ਬੁਰੇ ਦੀ ਪਛਾਣ ਨਾ ਆਈ, ਤੂੰ ਸੱਚ ਬਾਣੀ ਨੂੰ ਹਿਰਦੇ ਵਿੱਚ ਨਾ ਵਸਾਇਆ, ਤੇ ਸਾਹਿਬ ਕਹਿੰਦੇ ਨੇ ਫਿਰ ਕੀ ਫਾਇਦਾ ਹੋਇਆ। ਇਸੇ ਕਰਕੇ ਸਾਹਿਬਾਂ ਨੇ ਕਿਰਪਾ ਕੀਤੀ ਹੈ, ਸਾਨੂੰ ਸਮਝਾਉਣਾ ਕੀਤਾ, ਪਿਆਰਿਆ ਮਾਲਕ ਦੇ ਗੁਣ ਗਾਇਆ ਕਰ, ਗੁਣ ਗਾ ਤੇ ਤੇਰੀ ਮੈਲ ਉਤਰ ਜਾਏਗੀ। ਇਹ ਸੱਚੀ ਅਕਥ ਕਥਾ ਨੂੰ ਹਿਰਦੇ ਵਿੱਚ ਵਿਛਾ। ਸਾਹਿਬ ਕਹਿੰਦੇ ਤੇਰੀ ਜੋਤ ਹੈ ਜਿਹੜੀ ਜੋਤੀ ਪਰਮਾਤਮਾ ਦੇ ਵਿੱਚ ਮਿਲ ਜਾਏਗੀ। ਜਿਨ੍ਹਾਂ ਨੇ ਜਪਣਾ ਕੀਤਾ ਉਹਨਾਂ ਤੇ ਕਿਰਪਾ ਹੋਈ। ਸਾਹਿਬ ਕਹਿੰਦੇ ਆ ਅਕਥ ਕਥਾ ਸਾਚੀ ਪ੍ਰਪੂਰਨ, ਜੋਤੀ ਜੋਤ ਸਮਾਣੀ, ਜੋਤੀ ਜੋਤ ਸਮਾ ਜਾਂਦੀ ਹੈ। ਜਿਹੜਾ ਗੁਣ ਗਾਉਂਦਾ ਤੇ ਉਹ ਤੇ ਕਿਰਪਾ ਹੁੰਦੀ ਹੈ। ਰਹੋ ਵਿਚਾਰ। ਆਓ ਹੁਣ ਆਪਾਂ ਵਿਸਥਾਰ ਵਿੱਚ ਨਾ ਜਾਈਏ, ਸਮਾਂ ਇਜਾਜ਼ਤ ਨਹੀਂ ਦਿੰਦਾ। ਜਿਹੜੇ ਗੁਣ ਗਾਉਂਦੇ ਆ ਮਾਲਕ ਦੇ ਉਹਨਾਂ ਤੇ ਰਹਿਮਤਾਂ ਹੁੰਦੀਆਂ ਨੇ ਆਰੰਭਤਾ ਤੋਂ ਜੋ ਸਾਹਿਬ ਕਿਰਪਾ ਕਰਦੇ ਹਨ। ਆਓ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਜੀ। ਕੋਟ ਜਨਮ ਕੇ ਬਿਨ ਸੇ ਪਾਪ, ਹਰ ਹਰ ਜਪਤ ਨਾਹੀ ਸੰਤਾਪ, ਗੁਰ ਕੇ ਚਰਨ ਕਮਲ ਮਨ ਵਸੇ, ਮਹਾ ਬਿਕਾਰ ਤਨ ਤੇ ਸਭ ਨਸੇ। ਸਾਹਿਬ ਕਹਿੰਦੇ ਕੋਟ ਜਨਮ ਕੇ ਬਿਨ ਸੇ ਪਾਪ, ਹਰ ਹਰ ਜਪਤ ਨਾਹੀ ਸੰਤਾਪ। ਜਿਹੜੇ ਪ੍ਰਮਾਤਮਾ ਦਾ ਨਾਮ ਜਪਦੇ ਹੈ ਉਹਦੇ ਗੁਣ ਗਾਉਂਦੇ ਆ, ਸਾਹਿਬ ਕਹਿੰਦੇ ਉਹਨਾਂ ਦੇ ਕਰੋੜਾਂ ਹੀ ਜਨਮਾਂ ਦੇ ਪਾਪਾਂ ਦਾ ਵਿਨਾਸ਼ ਹੋ ਜਾਂਦਾ, ਖਤਮ ਹੋ ਜਾਂਦੇ ਹੈ ਕੀਤੇ ਹੋਏ ਪਾਪ। ਸਾਹਿਬ ਕਹਿੰਦੇ ਪਾਪ ਕਰਮ ਕਰਨ ਵਾਲੀ ਜਿਹੜੀ ਬੁੱਧੀ ਹੈ ਭਾਈ ਉਹ ਸੁਚੱਜ ਹੋ ਜਾਂਦੀ ਹੈ, ਸੋਹਣੀ ਬਣ ਜਾਂਦੀ ਹੈ, ਉਹਦੀ ਵਿਚਾਰ ਸੋਹਣੀ ਬਣ ਜਾਂਦੀ ਹੈ ਤੇ ਪਾਪਾਂ ਦਾ ਆਪੀ ਖਾਤਮਾ ਹੈ। ਤੇ ਸਾਹਿਬ ਕਹਿੰਦੇ ਹੈ ਜਿਹੜਾ ਜਪਦਾ ਹੈ ਉਹਨਾਂ ਦੇ ਕਰੋੜਾਂ ਜਨਮਾਂ ਦੇ ਹੀ ਪਾਪ ਖਤਮ ਹੋ ਜਾਂਦੇ ਹੈ। ਨਹੀਂ ਤਾਂ ਗੁਰੂ ਪਿਆਰਿਓ ਜਿੱਦਾਂ ਇਹ ਕਹਲੇ ਵੀ ਧਰਤੀ ਵਿੱਚ ਬੀਜ ਪਿਆ, ਬੀਜ ਜੋ ਅਸੀਂ ਬੀਜਦੇ ਹਾਂ, ਜੋ ਸਾਨੂੰ ਲੋੜੀ ਦੀ ਵਸਤਾਂ ਨੇ, ਬੀਜ ਉਹ ਬੀਜਿਆ ਜਾਂਦਾ ਹੈ ਤੇ ਉਹਦੇ ਨਾਲ ਵਾਧੂ ਕਿੰਨਾ ਕੁਛ ਪੈਦਾ ਹੋ ਜਾਂਦਾ ਹੈ। ਤੇ ਖਤਮ ਕਰਦਿਆ ਵੀ ਗੁਰੂ ਪਿਆਰਿਓ ਸਮਾਂ ਕਿੰਨਾ ਲੱਗ ਗਿਆ। ਜਦ ਤੋਂ ਪੈਦਾਵਾਰ ਸ਼ੁਰੂ ਹੋਈ ਧਰਤੀ ਤੇ, ਜਦ ਤੋਂ ਹੀ ਉਹ ਨਦੀ ਨੂੰ ਕਹਿ ਲਈਏ ਆਪਾਂ, ਜਿਹੜਾ ਵਾਧੂ ਨਾ ਸਾਡੇ ਲੋੜੀ ਦੀ ਵਸਤਾਂ ਨੇ, ਲੋੜੀ ਦੇ ਪੌਦੇ ਸਾਡੇ ਨਹੀਂ ਹਨ, ਆਈ ਜਾਂਦੇ ਆ, ਧਰਤੀ ਵਿੱਚੋਂ ਨਿਕਲੀ ਜਾਂਦੇ ਆ, ਕਿਉਂਕਿ ਬੀਜ ਪਿਆ ਹੈ। ਇਉਂ ਹੀ ਆ ਸਾਡੇ ਸਰੀਰ ਰੂਪੀ ਧਰਤੀ ਦੇ ਵਿੱਚ ਬੀਜ ਸਾਰਾ ਕੁਛ ਹੀ ਪਿਆ, ਉੱਦਾਂ ਹੀ ਨਿਕਲੀ ਜਾ ਰਿਹਾ। ਭਾਵ ਕਿ ਕਿਸੇ ਦਾ ਮਨ ਨਹੀਂ ਕਰਦਾ ਮਾੜਾ ਕਰਮ ਕਰਨ ਨੂੰ, ਉਹ ਵੱਖਰੀ ਗੱਲ ਹੈ ਵੀ ਜਦੋਂ ਪੁੰਗ ਰਿਹਾ ਹੁੰਦਾ ਸਭ ਨੂੰ ਚੰਗਾ ਲੱਗਦਾ ਹੈ, ਪਰ ਚੰਗਾ ਕਰਮ ਜਿਹੜਾ ਉਦਮ ਉਪਰਾਲੇ ਬਹੁਤ ਕਰਦੇ ਛੇਤੀ ਕਰਕੇ ਹੁੰਦਾ ਨਹੀਂ ਹੈ। ਕਿਉਂ? ਕਿਉਂਕਿ ਉਹ ਸਾਡੀ ਲੋੜੀ ਦੀ ਵਸਤੂ ਹੈ। ਚੰਗਾ ਕਰਮ ਹੈ ਜਿਹੜਾ ਸਾਨੂੰ ਫਲ ਦਿੰਦਾ ਹੈ, ਪਰ ਜਿਹੜੇ ਮਾੜੇ ਕਰਮ ਹੈ ਗੁਰੂ ਪਿਆਰਿਓ ਜਿਨ੍ਹਾਂ ਤੋਂ ਸਾਨੂੰ ਘਾਟੇ ਪੈਂਦੇ ਹੈ ਤੇ ਮਨ ਉਧਰ ਨੂੰ ਜ਼ਿਆਦਾ, ਉਹ ਚੀਜ਼ਾਂ ਬਾਹਰ ਜ਼ਿਆਦਾ ਆ ਰਹੀਆਂ ਨੇ। ਕਿਉਂ?
ਕਿਉਂਕਿ ਉਹ ਕਰਮ ਕਹਿ ਲਈਏ, ਬੀਜ ਕਹਿ ਲਈਏ, ਅੰਦਰ ਪਿਆ ਸਭ ਕੁਛ। ਪਰ ਸਾਹਿਬ ਕੀ ਕਹਿੰਦੇ ਆ ਵੀ ਜੇ ਗੁਣ ਗਾਈਏ ਮਾਲਕ ਦੇ, ਪਰਮਾਤਮਾ ਨੂੰ ਧਿਆਉਣਾ ਕਰੀਏ, ਉਹਨੂੰ ਸਮਝਣਾ ਜਾਣਨਾ ਕਰੀਏ ਤੇ ਸਾਡੀ ਪਛਾਣ ਆਪਣੀ ਕਰੀਏ, ਤੇ ਫਿਰ ਐਟੋਮੈਟਿਕਲੀ ਸਾਹਿਬ ਕਹਿੰਦੇ ਕਰੋੜਾਂ ਹੀ ਜਿਹੜੇ ਬੀਜ ਅੰਦਰ ਪਾਪਾਂ ਵਾਲੇ ਐ ਉਹਨਾਂ ਦਾ ਵਿਨਾਸ਼ ਹੋ ਜਾਏਗਾ, ਖਤਮ ਹੋ ਜਾਂਦੇ ਆ ਭਾਈ। ਤੇ ਸਾਹਿਬਾ ਕਹਿੰਦੇ ਆ ਕਰਮ ਕਰਨਾ ਪਏਗਾ ਵੀ ਪ੍ਰਮਾਤਮਾ ਦੇ ਗੁਣ ਗਾਉਣੇ ਪੈਣਗੇ, ਉਸ ਮਾਲਕਾਂ ਦੇ ਗੁਣਾਂ ਮੁਤਾਲਕ ਚੱਲਣਾ ਪਏਗਾ, ਤੇ ਫਿਰ ਇਹ ਕਿਰਪਾ ਹੁੰਦੀ ਆ। ਸਾਹਿਬ ਕਹਿੰਦੇ ਕੋਟ ਕਰਮ ਜਨਮ ਕੇ ਬਿਨਸੇ ਪਾਪ, ਹਰ ਹਰ ਜਪਤ ਨਾਹੀ ਸੰਤਾਪ। ਕਹਿੰਦੇ ਜਿਹੜਾ ਹਰੀ ਪ੍ਰਮਾਤਮਾ ਦੇ ਨਾਮ ਨੂੰ ਜਪਦਾ ਹੈ ਉਹਨੂੰ ਕੋਈ ਸੰਤਾਪ ਨਹੀਂ ਭੋਗਣਾ ਪੈਂਦਾ। ਸੰਤਾਪ ਦੁੱਖ ਨੂੰ ਕਿਹਾ ਜਾਂਦਾ ਹੈ, ਨਹੀਂ ਤਾਂ ਦੁੱਖ ਬੜੀ ਦੁਨੀਆ ਭੋਗਦੀ ਹੈ ਪਰਮਾਤਮਾ ਦੇ ਨਾਮ ਤੋਂ ਬਿਨਾ। ਪਰ ਜਿਹੜਾ ਨਾਮ ਜਪਦਾ ਹੈ ਉਹਨੂੰ ਸੰਤਾਪ ਭੋਗਣਾ ਨਹੀਂ ਪੈਂਦਾ। ਵੈਸੇ ਤਾਂ ਕਿਹਾ ਜਾਂਦਾ ਵੀ ਭੋਗੇ ਬਿਨ ਭਾਗੇ ਨਹੀਂ, ਕਰਮ ਬਲੀ ਬਲਵਾਨ। ਕਹਿੰਦੇ ਭਾਈ ਭੋਗੇ ਤੋਂ ਬਿਨਾ ਭੱਜਦੇ ਨਹੀਂ ਹਨ। ਪਰ ਹਾਂ ਜੇ ਅਸੀਂ ਮਾਲਕ ਨਾਲ ਜੁੜ ਜਾਂਦੇ ਹਾਂ, ਮਾਲਕ ਸੋਹਣਾ ਢੰਗ ਤਰੀਕਾ ਦੱਸ ਦਿੰਦਾ ਉਹਨਾਂ ਨੂੰ ਭੋਗਣ ਦਾ, ਲੰਘਾਉਣ ਦਾ। ਫਿਰ ਪਤਾ ਹੀ ਨਹੀਂ ਲੱਗਦਾ, ਆਉਂਦੇ ਜਾਂਦੇ ਰਹਿੰਦੇ ਆ ਇੱਥੇ। ਫਿਰ ਇਹ ਸਮਝ ਵਿੱਚ ਆ ਜਾਂਦਾ ਵੀ ਇਹ ਤਾਂ ਤਨ ਵਾਲਾ ਜਿਹੜਾ ਦੁੱਖ ਸੁੱਖ ਹੈ ਭਾਈ, ਇਹ ਤਾਂ ਇੱਕ ਕੱਪੜਿਆਂ ਦੀ ਤਰ੍ਹਾਂ ਹੈ, ਮਨੁੱਖ ਭੋਗਦਾ ਹੈ, ਲੰਘ ਜਾਂਦੇ ਆ ਇਉਂ ਹੀ। ਫਿਰ ਤੇ ਇੱਕ ਹੁੰਦਿਆ ਗੁਰੂ ਪਿਆਰਿਓ, ਮਾੜਾ ਜਿਹਾ ਦੁੱਖ ਆਇਆ ਬੰਦਾ ਮੰਜੀ ਪੈ ਜਾਂਦਾ ਹੈ, ਭੋਗਿਆ ਨਹੀਂ ਜਾਂਦਾ, ਸਮਝ ਵਿੱਚ ਨਹੀਂ ਹੈ। ਇਸੇ ਕਰਕੇ ਸਾਹਿਬ ਕਹਿੰਦੇ ਆ ਜਦੋਂ ਮਾਲਕ ਦੇ ਗੁਣ ਗਾਈਦੇ ਆ ਤੇ ਆਹ ਸੰਤਾਪ ਜਿਹੜੇ ਭਾਈ ਫਿਰ ਮਨ ਤੱਕ ਨਹੀਂ ਪਹੁੰਚਦੇ। ਸਾਹਿਬ ਕਹਿੰਦੇ ਹਰ ਹਰ ਜਪਤ ਨਾਹੀ ਸੰਤਾਪ, ਗੁਰ ਕੇ ਚਰਨ ਕਮਲ ਮਨ ਵਸੇ। ਬਸ ਗੁਰੂ ਕੇ ਚਰਨ ਕਮਲ ਜਿਹੜੇ ਨੇ ਮਨ ਵਿੱਚ ਵਸ ਜਾਣ ਸਾਡੇ, ਜਿਨ੍ਹਾਂ ਦੇ ਮਨ ਵਿੱਚ ਵਸ ਗਏ। ਸਾਹਿਬ ਕਹਿੰਦੇ ਮਹਾ ਬੇਕਾਰ ਤਨ ਤੇ ਸਭ ਨਸੇ। ਜਿਹੜੇ ਮਹਾ ਬਹੁਤ ਵੱਡੇ ਵੱਡੇ ਬਕਾਰ ਜਿਨ੍ਹਾਂ ਨੇ ਸਾਡੇ ਸਰੀਰ ਦੀ ਜੀਵਨ ਦੀ ਕਹਿ ਲਈਏ ਬਰਬਾਦੀ ਕੀਤੀ ਹੈ, ਕਰ ਰਹੇ ਨੇ, ਇਹ ਬਕਾਰ ਨੇ ਜਿਹੜੇ। ਬੇਕਾਰ ਦਾ ਭਾਵ ਕੀ ਹੁੰਦਾ ਵੀ ਜਿਹੜਾ ਕੰਮ ਸਾਡੇ ਆਉਣ ਵਾਲਾ ਨਾ ਹੋਵੇ, ਕਿਤੇ ਫਾਇਦਾ ਕਰਨ ਵਾਲਾ ਨਾ ਹੋਵੇ, ਤੇ ਉੱਧਰ ਹੀ ਜ਼ੋਰ ਲਾਈਦੇ ਆਪਾਂ ਕਹਿੰਦਾ ਵੀ ਬੇਕਾਰ ਭਾਈ, ਵਾਧੂ ਹੀ ਜ਼ੋਰ ਲਾ ਰਹੇ ਹਾਂ ਅਸੀਂ। ਉੱਦਾਂ ਇਹਦਾ ਕੋਈ ਆਨੰਦ ਸਕੂਨ ਨਹੀਂ ਹੈ। ਬੇਕਾਰ ਬੇਕਾਰ ਵਸਤੂ ਉਹ ਹੁੰਦੀ ਹੈ ਗੁਰੂ ਪਿਆਰਿਓ ਜਿਹੜੀ ਸਾਡੀ ਲੋੜੀ ਦੀ ਨਾ ਹੋਵੇ, ਸਾਡੇ ਜੀਵਨ ਵਿੱਚ ਕਿਤੇ ਕੰਮ ਆਉਣ ਵਾਲੀ ਨਾ ਹੋਵੇ, ਉਹਨੂੰ ਬੇਕਾਰ ਕਿਹਾ ਵੀ ਇਹ ਬੇਕਾਰ ਹੈ। ਤੇ ਸਤਿਗੁਰੂ ਜੀ ਕਹਿੰਦੇ ਨੇ ਵੀ ਜਿਹੜਾ ਭਾਈ ਪਰਮਾਤਮਾ ਦੇ ਚਰਨਾਂ ਕਮਲਾਂ ਨਾਲ ਜੁੜਦਾ, ਗੁਰੂ ਸਾਹਿਬ ਦੇ ਚਰਨਾਂ ਕਮਲਾਂ ਨਾਲ ਜੁੜਦਾ, ਗੁਰੂ ਕਾ ਸ਼ਬਦ ਗੁਰੂ ਚਰਨ ਹੈ, ਇਹ ਯਾਦ ਰੱਖੀਏ ਵੀ ਬਾਣੀ ਮਾਲਕ ਦੇ ਚਰਨ ਕਮਲ ਦੇ। ਆਪਾਂ ਕਹਿੰਦੇ ਆ ਵੀ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਵੀ ਗੁਰੂ ਸਾਹਿਬ ਨੂੰ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਪ੍ਰਗਟ ਕਰਕੇ ਗੁਰੂ ਕੀ ਦੇਹ ਮੰਨਣਾ। ਦੇਹ ਸਰੀਰ ਨੂੰ ਕਹਿੰਦੇ ਆ, ਤੇ ਹੁਣ ਸਰੀਰ ਵਿੱਚ ਸਾਰੇ ਅੰਗ ਹੁੰਦੇ ਆ। ਇੱਕ ਓੰਕਾਰ ਤੋਂ 18, 10, 20 ਤੱਕ ਸਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਇੱਕ ਸਰੀਰ ਕਰਕੇ ਮੰਨੀਏ, ਤੇ ਜਿੰਨੇ ਵੀ ਸ਼ਬਦ ਉਹ ਅੰਗ ਨੇ ਮਾਲਕ ਦੇ। ਵੈਸੇ ਤਾਂ ਆਪਾਂ ਗੁਰਮਤਿ ਵਿੱਚ ਇਹੀ ਕਹਿੰਦੇ ਆ ਵੀ ਇੰਨੇ ਅੰਗ ਤੇ ਅਸੀਂ ਪੜ੍ਹ ਰਹੇ ਹਾਂ ਜੀ, ਇੰਨੇ ਅੰਗ ਤੇ ਆਹ ਸ਼ਬਦ ਹੈ। ਅੰਗ ਦਾ ਭਾਵ ਕੀ ਹੈ? ਆ ਸਾਡੇ ਅੰਗ ਨੇ, ਹੱਥ ਪੈਰ ਨੱਕ ਅੱਖਾਂ ਆਦਿ ਸਾਰੇ ਅੰਗ ਨੇ। ਤੇ ਇਉਂ ਹੀ ਭਾਵ ਕਹਿ ਲਈਏ ਵੀ ਚਰਨ ਕਮਲ, ਕਮਲ ਹੱਥਾਂ ਨੂੰ ਕਹਿੰਦੇ ਆ, ਚਰਨ ਪੈਰਾਂ ਨੂੰ ਕਹਿੰਦੇ ਆ। ਤੇ ਸਾਹਿਬ ਕਹਿੰਦੇ ਵੀ ਮਾਲਕ ਦੇ ਚਰਨ ਕਮਲ ਗੁਰੂ ਕੀ ਬਾਣੀ ਭਾਵ ਕੇ ਕਿਤੇ ਮਨ ਵਿੱਚ ਵਸ ਜਾਵੇ, ਸਾਡੇ ਸ਼ਬਦ ਮਨ ਵਿੱਚ ਵਸ ਜਾਣ। ਤੇ ਸਾਹਿਬ ਕਹਿੰਦੇ ਜਿਹੜਾ ਮਨ 'ਚ ਵਸਾ ਲੈਂਦਾ ਹੈ ਉਹਨਾਂ ਅੰਦਰੋਂ ਮਹਾ ਬੇਕਾਰ ਨੇ ਜਿਹੜੇ, ਉਹ ਸਭ ਖਤਮ ਹੋ ਜਾਂਦੇ ਆ। ਫਿਰ ਬੇਕਾਰੀ ਜੀਵਨ ਨਹੀਂ ਰਹਿੰਦਾ, ਵੀ ਫਿਰ ਜੋ ਕੁਛ ਕਰਦਾ ਥਾਏ ਪੈਂਦਾ। ਭਲਾ ਸੋਚ ਵਿਚਾਰ ਭਲੇ ਕਰਮ ਬੰਦਾ ਕਰਦਾ ਵੀ ਉਹ ਥਾਏ ਪੈਂਦਾ, ਕੀਤਾ ਹੋਇਆ ਕੰਮ ਬੇਅਰਥ ਨਹੀਂ ਜਾਂਦਾ, ਬੇਕਾਰ ਨਹੀਂ ਜਾਂਦਾ। ਵੀ ਜੋ ਕੁਝ ਵੀ ਕਰਦਾ ਹੈ ਪਰਥਾਏ ਸਾਖੀ ਮਹਾਪੁਰਸ਼ ਬੋਲਦੇ ਸਾਂਝੀ ਸਗਲ ਜਹਾਨ। ਵੀ ਜਿਹੜੇ ਮਹਾਨ ਪੁਰਸ਼ ਹੁੰਦੇ ਆ ਉਹ ਜੋ ਬਚਨ ਵੀ ਕਰਦੇ ਆ ਕਿ ਨਾ, ਉਹ ਸਾਰਿਆਂ ਦੇ ਭਲੇ ਲਈ ਹੁੰਦਾ ਹੈ, ਚੰਗੇ ਲਈ ਹੁੰਦਾ ਹੈ। ਇਸੇ ਕਰਕੇ ਤਾਂ ਕਿਹਾ ਹੈ ਵੀ ਜੇ ਕੋ ਬਚਨ ਕਮਾਵੇ ਸੰਤਨ ਕਾ। ਸੰਤਨ ਭਾਵ ਕੇ ਰੱਬ ਦੇ ਪਿਆਰਿਆਂ ਦਾ ਬਚਨ, ਉਹਨਾਂ ਦੇ ਬਚਨ ਭਲੇ ਵਾਲੇ ਹੀ ਹੁੰਦੇ ਹੈ। ਤੇ ਜਿਹੜਾ ਕੋਈ ਕਮਾ ਲੈਂਦਾ ਬਚਨਾਂ ਨੂੰ, ਗੁਰ ਪ੍ਰਸਾਦੀ ਤਰੀ ਹੈ।
ਗੁਰੂ ਦੀ ਕਿਰਪਾ ਸਦਕਾ ਹੀ ਉਹਦਾ ਪਾਰ ਉਤਾਰਾ ਹੋ ਜਾਂਦਾ। ਗੱਲ ਕਮਾਉਣ ਦੀ ਹੈ। ਤੇ ਇਸੇ ਕਰਕੇ ਸਾਹਿਬਾ ਆਖਣਾ ਕੀਤਾ, ਗੁਰ ਕੇ ਚਰਨ ਕਮਲ ਮਨ ਵਸੇ। ਜਿਨ੍ਹਾਂ ਦੇ ਮਨ ਵਿੱਚ ਵਸ ਗਿਆ, ਜਿਨ੍ਹਾਂ ਨੇ ਮੰਨ ਲਿਆ ਵੀ ਜੋ ਬਾਣੀ ਵਿੱਚ ਸਾਹਿਬਾਂ ਨੇ ਬਚਨ ਕੀਤੇ ਸੱਚ ਹਨ, ਸਾਡੇ ਭਲੇ ਦੇ ਨੇ। ਤੇ ਸਾਹਿਬ ਕਹਿੰਦੇ ਮਹਾ ਬੇਕਾਰ ਤਨ ਤੇ ਸਭ ਨਸੇ। ਉਹਨਾਂ ਦੇ ਤਨ ਵਿੱਚੋਂ ਸਾਰੀ ਬੇਕਾਰ ਖਤਮ ਹੋ ਜਾਂਦੇ ਹੈ। ਉਹ ਬੇਕਾਰੀ ਕੋਈ ਕੰਮ ਨਹੀਂ ਕਰਦੇ। ਬੇਕਾਰ ਦਾ ਭਾਵ ਵੀ ਜਿਹੜਾ ਕੰਮ ਕੀਤਿਆਂ ਘਾਟੇ ਪੈਣ, ਨਫਾ ਨਾ ਹੋਵੇ, ਫਲ ਨਾ ਮਿਲੇ, ਸਕੂਨ ਆਨੰਦ ਨਾ ਪੈਦਾ ਹੋਵੇ, ਉਹ ਇਹੋ ਜਿਹੇ ਕਰਮ ਨਹੀਂ ਕਰਦੇ। ਕਿਉਂਕਿ ਉਹਨਾਂ ਨੂੰ ਸਮਝ ਆ ਜਾਂਦੀ ਹੈ ਵੀ ਕਿਹੜਾ ਕਰਮ ਮੰਦਾ ਹੈ, ਕਿਹੜਾ ਚੰਗਾ ਹੈ। ਗੁਰੂ ਪਾਤਸ਼ਾਹ ਸਾਨੂੰ ਬਾਣੀ ਵਿੱਚ ਦੱਸਦੇ ਹੈ, ਕਹਿ ਰਹੇ ਨੇ ਵੀ ਐਸਾ ਕੰਮ ਮੂਲੈ ਨਾ ਕੀਚੈ ਜਿਤ ਅੰਤ ਪਛੋਤਾਈ ਹੈ। ਸਾਹਿਬ ਕਹਿੰਦੇ ਨੇ ਭਾਈ ਇਹੋ ਜਿਹਾ ਕੰਮ ਮੁੱਢ ਤੋਂ ਹੀ ਨਹੀਂ ਕਰਨਾ ਚਾਹੀਦਾ ਜੋ ਸਮਝ ਆ ਜਾਵੇ ਸਾਨੂੰ ਵੀ ਜਿਹੜੇ ਕਰਮ ਨਾਲ ਪਛਤਾਵਾ ਹੋਵੇ। ਇਸ ਕਰਕੇ ਜਿਹੜੇ ਰੱਬ ਦੇ ਪਿਆਰਿਆ ਗੁਰੂ ਕੇ ਬਚਨਾਂ ਨੂੰ ਹਿਰਦੇ ਵਿੱਚ ਵਸਾ ਲੈਂਦੇ ਆ, ਜਿਨ੍ਹਾਂ ਦੇ ਹਿਰਦੇ ਘਰ ਵਿੱਚ ਵਸ ਗਿਆ ਤੇ ਗੁਰੂ ਕਾ ਬਚਨ ਜਿਨ੍ਹਾਂ ਦੇ ਵਸ ਗਿਆ, ਅੰਦਰ ਗੁਰ ਕਾ ਬਚਨ ਵਸੈ ਜੀ ਨਾਲ, ਜਿਨ੍ਹਾਂ ਨੇ ਜਿੰਦ ਕਰਕੇ ਅੰਦਰ ਸੰਭਾਲ ਲਿਆ ਬਚਨ ਨੂੰ, ਫਿਰ ਉਹਨਾਂ ਤੇ ਇਹ ਕਿਰਪਾ ਹੁੰਦੀ ਹੈ। ਸਾਹਿਬ ਕਹਿੰਦੇ ਜਲ ਨਹੀਂ ਡੋਬੈ, ਤਸਕਰ ਨਹੀਂ ਲੇਵੈ, ਭਾਹੇ ਨਾ ਸਕੈ ਜਾਲੈ। ਉਹਨਾਂ ਨੂੰ ਗੁਰੂ ਪਿਆਰਿਓ ਵਿਸੇ ਵਿਕਾਰਾਂ ਵਾਲਾ ਜਲ ਡੋਬ ਨਹੀਂ ਸਕਦਾ, ਜਲ ਨਹੀਂ ਡੋਬੈ। ਤਸਕਰ ਨਹੀਂ ਲੇਵੈ, ਤਸਕਰ ਚੋਰ ਨੂੰ ਕਹਿੰਦੇ ਆ ਵੀ ਉਹਨਾਂ ਨੂੰ ਚੋਰ ਲੁੱਟ ਨਹੀਂ ਸਕਦਾ। ਕਿਹੜਾ ਚੋਰ? ਅੰਦਰਲੇ ਗੁਣ ਜਦੋਂ ਅੰਦਰ ਪੈਦਾ ਹੋ ਜਾਣ, ਇਹਨਾਂ ਗੁਣਾਂ ਨੂੰ ਫਿਰ ਚੋਰ ਨਹੀਂ ਲੁੱਟ ਸਕਦੇ। ਬਾਹਰੀ ਤਾਂ ਸਾਡਾ ਸਾਜੋ ਸਮਾਨ ਚੋਰ ਆਰੇ ਲੁੱਟ ਲੈਂਦੇ ਆ, ਪਰ ਅੰਦਰ ਵੀ ਚੋਰ ਸਾਹਿਬਾਂ ਨੇ ਆਖਣਾ ਕੀਤਾ, ਕਹਿੰਦੇ ਭਾਈ ਅੰਦਰੂਨੀ ਤੌਰ ਤੇ ਅੰਦਰ ਵੀ ਚੋਰ ਵਰਤ ਰਹੇ ਨੇ। ਉਹ ਕਿਹੜੇ ਚੋਰ ਨੇ? ਸਾਹਿਬਾ ਬਾਣੀ ਵਿੱਚ ਆਖਣਾ ਕੀਤਾ, ਇਸ ਦੇਹੀ ਕੋ ਪੰਜ ਚੋਰ ਲਾਗੇ। ਇੱਕ ਨਹੀਂ ਪੰਜ ਨੇ। ਸਾਹਿਬ ਕਹਿੰਦੇ ਕਿਹੜੇ ਨੇ? ਨਾਮ ਦੱਸੇ ਨੇ ਨਾਲ, ਕਾਮ ਕ੍ਰੋਧ ਲੋਭ ਮੋਹ ਹੰਕਾਰਾ। ਕਹਿੰਦੇ ਆਹ ਨੇ। ਤੇ ਅੰਦਰੋਂ ਅਸੀਂ ਕਹਾਂਗੇ ਅੰਦਰੋਂ ਕੀ ਲੁੱਟ ਲੈਣਗੇ ਸਾਡਿਓ? ਅੰਦਰ ਕੀ ਹੈ? ਤੇ ਸਾਹਿਬ ਨੇ ਆਖਣਾ ਕੀਤਾ ਵੀ ਅੰਦਰ ਜਿਹੜਾ ਮਾਲਕ ਨੇ ਅੰਮ੍ਰਿਤ ਰੂਪੀ ਗੁਣਾਂ ਦਾ ਕੁੰਟ ਬਣਾਇਆ, ਖੂਹ ਬਣਾਇਆ, ਉਹ ਲੁੱਟ ਰਹੇ ਨੇ। ਸਾਹਿਬ ਕਹਿੰਦੇ ਅੰਮ੍ਰਿਤ ਲੁੱਟੈ ਮਨ ਮੁਖ ਨਹੀਂ ਬੂਝੈ। ਕਹਿੰਦੇ ਪਰ ਜਿਹੜੇ ਮਨ ਆਈਆਂ ਕਰਨ ਵਾਲੇ ਉਹਨਾਂ ਨੂੰ ਇਹ ਸਮਝ ਨਹੀਂ ਹੈ। ਉਹ ਕਹਿੰਦੇ ਲੈ ਐਂ ਕੀ ਲੁੱਟ ਲੈਣਗੇ ਸਾਨੂੰ? ਪਰ ਸਾਹਿਬ ਕਹਿੰਦੇ ਨੇ ਮਨਮੁਖ ਨਹੀਂ ਇਹ ਗੱਲ ਨੂੰ ਸਮਝਦੇ। ਉਹ ਕਹਿੰਦੇ ਆ ਵੀ ਆਹ ਮਿੱਠਾ ਅਗਲਾ ਕਿਹਨੇ ਡਿੱਠਾ। ਕਹਿੰਦੇ ਅੰਦਰੋਂ ਕੀ ਦੇਖਿਆ ਕਿਸੇ ਨੇ, ਅੰਦਰ ਲੁੱਟ ਕੀ ਲੈਣਗੇ। ਤੇ ਸਾਹਿਬ ਕਹਿੰਦੇ ਆ ਮਨਮੁਖਾਂ ਨੂੰ ਇਹ ਸਮਝ ਨਹੀਂ ਵੀ ਸਾਡੀ ਬਰਬਾਦੀ ਹੋ ਰਹੀ ਹੈ। ਪਰ ਜਦੋਂ ਕਿਤੇ ਬਰਬਾਦੀ ਹੋ ਜਾਂਦੀ ਹੈ, ਸਮਾਂ ਹੱਥ ਵਿੱਚੋਂ ਲੰਘ ਜਾਂਦਾ, ਬੜਿਆਂ ਨੂੰ ਪਛਤਾਉਂਦਿਆਂ ਵੇਖਦੇ ਆ। ਆਲਾ ਕਹਿੰਦਾ ਪਹਿਲਾਂ ਸਮਝ ਨਹੀਂ ਸੀ ਜੀ, ਏਦਾਂ ਕਰ ਲਿਆ, ਆਹ ਰੋਗ ਲਾ ਲਈ, ਏਦਾਂ ਦਾ ਸਰੀਰ ਹੋ ਗਿਆ, ਆਹ ਘਾਟੇ ਪੈ ਗਏ, ਆਹ ਬੇਇੱਜ਼ਤੀਆਂ ਹੋ ਗਈਆਂ ਨੇ, ਧੱਬੇ ਲਾਗੇ ਨੇ। ਸਮਝ ਨਹੀਂ ਸੀ, ਪਰ ਸਮਝ ਹੈ। ਮਾਲਕ ਨੇ ਸਾਨੂੰ ਸਾਰਿਆਂ ਨੂੰ ਸਮਝ ਦਿੱਤੀ ਹੈ। ਆਹ ਗੁਰਬਾਣੀ ਸਾਡੇ ਸਭਨਾਂ ਲਈ ਹੈ। ਜੇ ਤੋ ਸਮਝ ਨਾ ਲਈ ਤੇ ਉਹ ਸਾਡੀ ਘਾਟ ਹੈ। ਮਾਲਕ ਨੇ ਸਾਰਿਆਂ ਨੂੰ ਆਖਣਾ ਕੀਤਾ, ਖੱਤਰੀ ਬ੍ਰਾਹਮਣ ਸੂਦ ਬੈਸ ਉਪਦੇਸ਼ ਚੌ ਵਰਨਾ ਕੋ ਸਾਂਝਾ। ਸਾਹਿਬ ਕਹਿੰਦੇ ਆ ਵੀ ਸਾਰੇ ਵਰਨਾ ਧਰਮਾਂ ਨੂੰ ਪਾਈਏ ਸਾਂਝਾ ਉਪਦੇਸ਼ ਹੈ। ਵੀ ਜਿਹੜਾ ਵੀ ਇਸ ਉਪਦੇਸ਼ ਨੂੰ ਕਮਾ ਲਵੇਗਾ ਉਹਦਾ ਪਾਰ ਉਤਾਰਾ ਜੋ ਲੁੱਟ ਖਸੁੱਟ ਤੋਂ ਬਚ ਜਾਏਗਾ, ਪਰ ਕਮਾਈ ਨਹੀਂ ਕਰਨੀ। ਅਫਸੋਸ ਹੈ ਵੀ ਮਾਲਕ ਨੇ ਐਡਾ ਵੱਡਾ ਸਾਨੂੰ ਖਜ਼ਾਨਾ ਦਿੱਤਾ, ਪਰ ਅਸੀਂ ਇਸ ਖਜ਼ਾਨੇ ਤੋਂ ਵਾਂਝੇ ਰਹਿ ਗਏ ਹਾਂ। ਪਰ ਜਿਹੜੇ ਗੁਰੂ ਪਿਆਰਿਓ ਬੇਅੰਤ ਸਾਡੇ ਵਰਗਿਆਂ ਦੀ ਐਸੀ ਵੀ ਗਿਣਤੀ ਹੈ ਵੀ ਇਸ ਖਜ਼ਾਨੇ ਨੂੰ ਭਈ ਅਸੀਂ ਸਮਝਦੇ ਵੀ ਹਾਂ, ਪੜ੍ਹਦੇ ਵੀ ਹਾਂ, ਸੁਣਦੇ ਵੀ ਹਾਂ, ਪਰ ਫਿਰ ਵੀ ਸਮਝਦੇ ਹੋਏ ਵੀ, ਜਾਣਦੇ ਹੋਏ ਵੀ, ਫਿਰ ਅਸੀਂ ਉਧਰ ਮੋਹ ਮਮਤਾ ਵਿੱਚ ਗਲਤਾਨ ਹੋ ਜਾਂਦੇ ਹਾਂ। ਤੇ ਸਾਹਿਬ ਨੇ ਆਖਣਾ ਕੀਤਾ ਵੀ ਉੱਦਾਂ ਤਾਂ ਬਿਰਲਿਆਂ ਨੂੰ ਛੱਡ ਕੇ ਵੀ ਸਭ ਜਾਣਦੇ ਹੀ ਆਪਾਂ ਵੀ ਆਹ ਕੰਮ ਚੰਗਾ ਭਾਈ, ਆਹ ਮਾੜਾ। ਦੁਨੀਆ ਵਿੱਚ ਆਪਾਂ ਵੇਖਦੇ ਹਾਂ ਵੀ ਕਿਸੇ ਨੇ ਚੰਗਾ ਕੀਤਾ ਉਹਦੀ ਵਾਹ ਹੁੰਦੀ ਵੀ ਸੁਣੀ ਆ, ਕਿਸੇ ਨੇ ਮਾੜਾ ਕੀਤਾ ਉਹਨੂੰ ਲਾਹਣਤਾਂ ਪੈਂਦੀਆਂ ਵੀ ਸੁਣਦੇ ਹੀ ਆ, ਵੇਖਦੇ ਹਾਂ ਆਪਾਂ, ਸਭ ਕੁਝ ਪਤਾ। ਇਸੇ ਕਰਕੇ ਸਾਹਿਬਾਂ ਨੇ ਆਖਣਾ ਕੀਤਾ, ਬਚਨ ਕੀਤੇ। ਸਤਿਗੁਰੂ ਕਹਿੰਦੇ ਹੈ ਮਨ ਜਾਣਤ ਸਭ ਬਾਤ, ਮਨ ਜਾਣਦਾ ਹੈ, ਪਤਾ ਇਹਨੂੰ ਸਾਰਾ ਹੀ। ਤੇ ਸਾਹਿਬ ਕਹਿੰਦੇ ਜਾਣਤ ਹੀ ਔਗਣ ਕਰੇ, ਜਾਣਦਾ ਹੋਇਆ ਵੀ ਇਹ ਮਾੜੇ ਕਰਮ ਕਰਦਾ ਹਟਿਆ ਨਹੀਂ, ਮਾੜੇ ਪਾਸੇ ਨੂੰ ਭੱਜ ਦੌੜ ਕਰਦਾ ਹੈ। ਸਾਹਿਬ ਕਹਿੰਦੇ ਆ ਜਾਣਤ ਹੀ ਔਗਣ ਕਰੇ, ਪਰ ਨਾਲ ਕਹਿਤਾ ਸਾਹਿਬ ਕਹਿੰਦੇ ਕਾਹੇ ਕੀ ਕੁਸਲਾਤ। ਇਹ ਕਿਹੜੀ ਚੰਗੀ ਗੱਲ ਹੈ?
हाथ दीप कुएं परे, कहने हथ विच दीवा ते खूह विच डिगदा फिरदा। साहब कहने ये किहड़ी चंगी गल है। भाव कि उदा बाणी पढ़दे आ, बाणी नाल जुड़े होए आ। साहब कहने सब कुछ जाणदे आ ते जाणदे होए भी ਉਹ कर्म करदे आ असीं बई कह दिंदे आपां बई बाणी तां बहुत कुछ कहंदी है जी, भी इन्ना नहीं असीं कर सकदे। ਉਹ ਕੰਮਾਂ ਕਰਦੇ ਆ भी पता है भी बाणी विच आ क्या मालिक ने, पर ਉਹ अपनाया नहीं। साहब कहंदे ਇਹ ਇਉਂ ਹੀ है जिवें किसी दे हत्थ विच दीवा तां फड़िया पर ਉਹਨੇ जी दीवे दे चानण दे कोलों कहना कोई लाभ नहीं लिया। ਤੁਰਿਆ ਜਾਂਦਾ ਵੀ ਖੂਹ ਵਿੱਚ ਡਿੱਪਿਆ, ਖਾਤੇ ਵਿੱਚ ਡਿੱਪਿਆ, ਉਹਦਾ ਠੋਕਰਾਂ ਖਾਂਦਾ ਫਿਰਦਾ ਹੈ। ਐਰੇ ਗੈਰੇ ਪਾਸੇ ਤੁਰਿਆ ਫਿਰਦਾ, ਰਸਤਾ ਭਟਕ ਗਿਆ। ਨਾਲ ਚਾਨਣ ਵੀ ਹੈ, ਭਾਵ ਕਿ ਜਾਣਦਾ ਹੈ। ਚਾਨਣ ਦਾ ਭਾਵ ਲਾਭ ਕੀ ਹੈ? ਜਾਣਦਾ ਵੀ ਆਹ ਰਸਤਾ ਇੱਧਰ ਨੂੰ ਜਾਂਦਾ ਦਿਸ ਰਿਹਾ ਚਾਨਣ ਦੇ ਦੁਆਰਾ, ਪਰ ਅਪਣਾਇਆ ਨਹੀਂ। ਇਹਨੂੰ ਕਿਹਾ ਸਾਹਿਬ ਨੇ ਬਈ ਹੱਥ ਵਿੱਚ ਦੀਵਾ ਤਾਂ ਹੈ, ਸਮਝਦਾ ਸਭ ਕੁਛ ਹੈ, पर फिर भी अपना रास्ता छड्ड के कुरस्ते पिया। ते साहब कहंदे ये भली गल नहीं है। आओ गुरु रहमत करन साडे ते, साहिबां दे चरणां विच अर्ज करिए सतगुरा मेहर कर साडे ते, साडे विचों भी ये बेकार खत्म हो जाण, असीं बेकारी जीवन विच ना पईए, रहमत करो साडे ते। सतगुरु कहंदे गुर के चरण कमल मन बसे, महा बेकार तन ते सब नशे। जिन्हां दे मन विच वस गए वचन, उन्हां दे तन विचों सारे बेकार खत्म हो गए ने। ते अगे साहिबा रहमत करदे हन, तृष्णा भूख सब नासी, संत प्रसाद जपिया अबनासी, रहन दिन प्रभ सेवक मानी, हर मिलन की एह नसानी। साहब कहने तृष्णा भूख सब नासी, संत प्रसाद जपिया अबनासी। जिन्हां ने गुरु साहब की किरपा सदका अबनासी मालिक नूं ध्याना कीता। अबनासी एक बनासी हुंदा, ऐड़ा कट के मूहरे बनास दा भाव हुंदा खत्म हो जाना। ऐड़ा लाता अग्यान भाव के उदां ही जिवें ज्ञान ज्ञानवान नूं कहंदे आ। आड़ा लग गया अग्यानी, जिन्हों कोई ज्ञान नहीं है, समझ नहीं, उहनूं अग्यानी कहा जांदा। इदां ही विवेक कहा जांदा गुरु प्यारिओ ज्ञानवान नूं। ऐड़ा अविवेक कहता भी उहनूं भाई ज्ञान नहीं है। ते इसे करके साहब कहते हैं बई एक बनासी आपां सारे बनास हाँ। कह दिता अंड बनासी, जेर बनासी, सेतज भी बेनाश। भाव के सारिਆਂ ਦੇ भाव के चार खाणियां ਦੇ ਵਿੱਚ ਆਪਾਂ ਆਉਂਦੇ ਆ ਸੰਸਾਰ ਵਿੱਚ। चार ਤਰੀਕਿਆਂ ਨਾਲ जन्म ਹੁੰਦਾ। अंडे तो, जेरज तो गुरु प्यारिओ, मुटका ਜਿਹਨੂੰ ਆਪਾਂ गर्मी कहते हैं, गर्मी तो ते धरती ਵਿੱਚੋਂ पदैश। चार खाणियां ने। चारे खाणियां साहब कहने जिन्हां ने जन्म लिया चारे खाणियां द्वारा, जिहड़ी मर्जी द्वारा जो उपजो सो बिनस है। वो सारे जिहड़े पैदा होए आपां विच ही आ भी सारियां दा विनाश है। एक अविनाशी पुरख कोई है, अकाल पुरख वाहिगुरु जिहदा विनाश नहीं है। अविनाशी वो विनाशकार नहीं, उहनूं सैभंग किया। सैभंग दा भाव हुंदा सुते प्रकाश, भी ਉਹਦਾ ਕਿਸੇ ਤੋਂ ਪ੍ਰਕਾਸ਼ नहीं होया। भाव कि ਉਹ ਕਿਸੇ ਦੇ पेट ਵਿੱਚੋਂ नहीं ਉਹਨੇ जन्म लिया। ਤੇ ਆਪਾਂ ਸਾਰੇ जन्म ਵਿੱਚ ਹਾਂ। ਤੇ ਮਾਲਕ ਨੇ ਕਹਿਤਾ ਜਿਹਨੇ जन्म लिया जन्मं ਤਾਂ ਮਰਣੰ। ਅਸਲ ਵਿੱਚ ਤਾਂ ਕਹਿੰਦੇ जन्म ਤਾਂ ਹੁੰਦਾ, ਉਹਨੇ ਮਰਨਾ ਹੁੰਦਾ ਜਿਹਦਾ जन्म ਹੁੰਦਾ। ਵੀ ਜਿਹੜਾ ਵਾਹਿਗੁਰੂ ਅਬਨਾਸੀ ਪੁਰਖ ਹੈ ਉਹਦਾ जन्म नहीं है, ਉਹ ਸੁਤੇ प्रकाश है, अपने आप तो प्रकाशमान है। इस करके ਉਹਦਾ विनाश नहीं है। ते जिन्हां ने उस विनाश नूं वाहिगुरू नूं जपना कीता, संत प्रसाद जपिया अविनाशी, गुरु की कृपा सदका जिन्हां ने जपिया, ते साहब कहने तृष्णा भूख सब नासी। उन्हां दी तृष्णा ते भुखां सारियां ही खत्म हो गईयां ने। भुखां खत्म ते उदा तां आपां सारी कहने भी मैनूं किसी चीज़ की भुख नहीं है, पर मालिक ने कह दिता भुखिया भुख ना उतरे, गली भुख ना जाए। गल्लां नाल नहीं, कहण नाल नहीं भुख जांदी। बड़ी बार साडा मन आपां कहने आम बई बस जी हुण तां बहुत कुछ मिल गया, पर फिर कुछ होर वेख के लालसा फिर आ जांदे भी आ भी कुछ मिल जावे, इत्थे भी पहुंच जाइए, आ भी बस साडे हत्थ विच आ जे। लालसा खत्म नहीं होई ना। इसे करके साहब ने आखना कीता भी भाई इउं नहीं भुख उतरदी, गल्लां नाल नहीं, गल्ली भुख ना जाए।
ਤੇ ਮਾਲਕ ਨੇ ਨਾਨਕ ਭੁੱਖਾ ਤਾਂ ਰਜੇ। ਰਜਣ ਦਾ ਤਰੀਕਾ ਹੈ, ਰਜ ਸਕਦੇ ਹਾਂ ਕਿਵੇਂ? ਸਾਹਿਬ ਕਹਿੰਦੇ ਜੇ ਗੁਣ ਕਹਿ ਗੁਣੀ ਸਮਾਏ। ਗੁਣ ਕਹਿ ਗੁਣੀ ਸਮਾਏ ਵੀ ਭਾਵ ਕੇ ਮਾਲਕ ਦੇ ਗੁਣਾਂ ਨੂੰ ਗਾ ਕੇ ਗੁਣਾਂ ਵਿੱਚ ਸਮਾ ਜਾਈਏ, ਵੀ ਮਾਲਕ ਦੇ ਗੁਣਾਂ ਮੁਤਲਕ ਸਾਡੇ ਵਿੱਚ ਗੁਣ ਆ ਜਾਣ ਤਾਂ ਭੁੱਖ ਉਤਰ ਸਕਦੀ ਆ। ਨਹੀਂ ਤਾਂ ਬਾਬਾ ਜੀ ਨੇ ਬਚਨ ਹੋਰ ਵੀ ਕੀਤੇ, ਆਪਾਂ ਸਾਰੇ ਜਾਣਦੇ ਪੜ੍ਹਦੇ ਹਾਂ, ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਸਾਹਿਬ ਕਹਿੰਦੇ ਸਾਰੀਆਂ ਪੁਰੀਆਂ ਦੀਆਂ ਭਾਵ ਕੇ ਪੰਡਾ ਬੰਨ ਲਈਏ, ਸਭ ਸਾਜੋ ਸਮਾਨ ਸਾਡੇ ਕੋਲੇ ਆ ਜੇ ਤਾਂ ਵੀ ਭੁੱਖ ਨਹੀਂ ਉਤਰ ਸਕਦੀ। ਜਿੰਨਾ ਚਿਰ ਸਾਡੇ ਕੋਲ ਸੰਤੋਖ ਨਹੀਂ ਹੈ, ਸਬਰ ਨਹੀਂ ਹੈ, ਮਾਲਕ ਦੀ ਕਿਰਪਾ ਨਹੀਂ ਹੈ। ਕਿਉਂਕਿ ਸਾਹਿਬ ਨੇ ਕਹਿ ਦਿੱਤਾ ਹੈ, ਬਿਨ ਸੰਤੋਖ ਨਾਹੀ ਕੋ ਰਾਜੈ। ਬਿਨਾ ਸੰਤੋਖ ਤੋਂ ਕੌਣ ਰਜਿਆ? ਪਰ ਸੰਤੋਖ ਕਿਹਦੇ ਕੋਲੇ ਹੈ? ਕੋਈ ਵਿਰਲਾ ਹੋਵੇਗਾ ਰੱਬ ਦਾ ਪਿਆਰਾ, ਸਬਰ ਸੰਤੋਖ ਸਿਦਕ ਵਾਲਾ। ਸੁਰਹੁ ਵਿਚਾਰ ਆਓ। ਸਭ ਕਹਿੰਦੇ ਆ ਭਾਈ ਜਿਹੜੇ ਮਾਲਕ ਨੂੰ ਜਪਦੇ ਹੈ ਉਹਨਾਂ ਦੀ ਤ੍ਰਿਸ਼ਨਾ ਭੁੱਖ ਨੱਸ ਜਾਂਦੀ ਹੈ, ਖਤਮ ਹੋ ਜਾਂਦੀ ਹੈ। ਨਹੀਂ ਤਾਂ ਸਾਹਿਬ ਕਹਿੰਦਾ ਤ੍ਰਿਸ਼ਨਾ ਬਿਰਲੇ ਹੀ ਕੀ ਬੂਝੀ ਹੈ, ਬਿਰਲਿਆਂ ਦੀ ਬੂਝੀ ਹੈ। ਸੁਰਹੁ ਵਿਚਾਰ ਆਓ। ਸਭ ਰਹਿਮਤ ਕਰਨ ਰੈਣ ਦਿਨ ਪ੍ਰਭ ਸੇਵਕ ਮਾਨੀ। ਸਾਹਿਬ ਕਹਿੰਦੇ ਰੈਣ ਤੇ ਦਿਨ ਭਾਵ ਰਾਤਰੀ ਤੇ ਦਿਨੇ ਕਰਕੇ ਪ੍ਰਭੂ ਮਾਲਕ ਦੀ ਸੇਵਾ ਵਿੱਚ ਸਮਾ ਜਾਣਾ। ਵੀ ਜੋ ਕਰਮ ਕਰਨਾ ਮਾਲਕ ਦੀ ਸੇਵਾ ਜਾਣ ਕੇ ਕਰਨਾ, ਨੂੰ ਹਾਜ਼ਰ ਨਾਜ਼ਰ ਸਮਝ ਕੇ ਕਰਨਾ। ਜਿਹੜਾ ਇਸ ਤਰੀਕੇ ਨਾਲ ਕਰਦਾ, ਸਾਹਿਬ ਕਹਿੰਦੇ ਹਰ ਮਿਲਣਾ ਕਿ ਇਹ ਨਿਸ਼ਾਨੀ। ਕਹਿੰਦੇ ਆਹ ਨਿਸ਼ਾਨੀ ਹੈ ਪ੍ਰਮਾਤਮਾ ਨਾਲ ਇੱਕ ਮਿਕਤ ਹੋਣ ਦੀ, ਆਤਮਾ ਪ੍ਰਮਾਤਮਾ ਵਿੱਚ ਮਿਲ ਜਾਣ ਦੀ। ਇਹ ਨਿਸ਼ਾਨੀ ਹੈ ਵੀ ਸੇਵਾ ਭਾਵਨਾ ਨਾਲ ਹਰ ਇੱਕ ਕੰਮ ਕੀਤਾ ਜਾਵੇ। ਵਿਸਥਾਰ ਵਿੱਚ ਨਾ ਜਾਈਏ, ਬੜੀ ਵਾਰ ਇਹ ਵਿਚਾਰ ਕੀਤੀ ਹੈ ਵੀ ਜੋ ਵੀ ਅਸੀਂ ਸੰਸਾਰ ਵਿੱਚ ਆ ਕੇ ਆਪਣਾ ਕਾਰੋ ਵਿਹਾਰ ਕਿੱਤੇ ਆਦਿ ਕਰਦੇ ਹਾਂ, ਸਾਰੇ ਮਾਲਕ ਦੇ ਹਾਜ਼ਰ ਨਾਜ਼ਰ ਸਮਝਦਿਆਂ ਹੋਇਆਂ ਆਪਣੇ ਫਰਜ਼ ਨਿਭਾਈਏ, ਸਹੀ ਤਰੀਕੇ ਨਾਲ ਕੰਮ ਕਰੀਏ। ਕੋਈ ਘਾਟਵਾਦ ਨਾ ਹੋਵੇ, ਉਹਦੇ ਵਿੱਚ ਸਲ ਕਪਟ ਫਰੇਬ ਨਾ ਹੋਵੇ। ਉੱਦਾਂ ਹੀ ਨਾ ਅਸੀਂ ਟਾਈਮ ਟਪਾਉਂਦੇ ਹੋਈਏ। ਬੜੀ ਦੁਨੀਆ ਤਾਂ ਇਹੀ ਕਹਿੰਦੇ ਬਸ ਜੀ ਮਸਾਂ ਹੀ ਟਾਈਮ ਟੱਪ ਰਿਹਾ ਸਾਡਾ, ਟਾਈਮ ਹੀ ਟਪਾ ਰਹੇ ਹਾਂ। ਵੀ ਟਾਈਮ ਹੀ ਟਪਾਊ ਕੰਮ ਸਾਡਾ ਬਹੁਤਾ ਹੋਇਆ। ਅਸਲ ਆਪਣੇ ਮਨੋਰਥ ਨੂੰ ਨਹੀਂ ਸਮਝਦੇ ਵੀ ਸਾਡਾ ਅਸਲ ਟੀਚਾ ਕੀ ਹੈ, ਵੀ ਸਾਡਾ ਫਰਜ਼ ਕੀ ਹੈ, ਸਾਡਾ ਹੱਕ ਕੀ ਹੈ। ਅਸੀਂ ਆਪਣੇ ਹੱਕਾਂ ਦੀ ਪਛਾਣ ਕਰਨੀ, ਪਰ ਅੱਜ ਹੱਕਾਂ ਦਾ ਵੀ ਅਰਥ ਸਾਡਾ ਹੋਰ ਹੀ ਹੋ ਗਿਆ ਹੈ। ਹੱਕਾਂ ਦਾ ਵੀ ਭਾਵ ਕਿ ਇਸ ਤਾਂ ਕੋਈ ਵਸਤੂ ਲੈਣੀ ਹੈ, ਸਾਡਾ ਕੋਈ ਨਾਮ ਪੈ ਗਿਆ ਵੀ ਆਹ ਵਸਤੂ ਤੇਰੀ ਹੈ ਜਾਂ ਤੈਨੂੰ ਚਾਹੀਦੀ ਹੈ, ਤੇ ਅਸੀਂ ਉਹਨੂੰ ਹੱਕ ਜਤਾ ਲੈਣ ਵੀ ਸਾਡਾ ਆਹ ਹੱਕ ਹੈ। ਹੱਕਾਂ ਦੇ ਨਾਅਰੇ ਲਾਉਂਦੇ ਫਿਰਦੇ ਹਾਂ। ਮਾਫ ਕਰਨਾ ਗੁਰੂ ਪਿਆਰਿਓ, ਸਰਕਾਰੇ ਦਰਬਾਰਿਆਂ ਤੇ ਜਾ ਕੇ ਵੀ ਹੱਕਾਂ ਦੇ ਨਾਅਰੇ ਲੱਗ ਰਹੇ ਨੇ, ਲਾ ਰਹੇ ਹਾਂ ਅਸੀਂ। ਪਰ ਅਸਲ ਵਿੱਚ ਜਿਹੜਾ ਸਾਡਾ ਆਪਣਾ ਹੱਕ ਹੈ ਉਹਦੀ ਕੌਣ ਪਛਾਣ ਕਰੇਗਾ? ਵੀ ਸਾਡੇ ਆਪਣੇ ਹੱਕ ਕੀ ਨੇ, ਵੀ ਅਸੀਂ ਕੀ ਕੀ ਕੰਮ ਕਰਨੇ ਆ, ਕੀ ਨਹੀਂ ਕਰਨੇ, ਕਿ ਸੰਸਾਰ ਵਿੱਚ ਜੋ ਕੁਝ ਕਰਦੇ ਆ ਉਹ ਸਾਰਿਆਂ ਦੇ ਭਲੇ ਲਈ ਹੈ। ਕੋਈ ਨੁਕਸਾਨ ਤਾਂ ਨਹੀਂ ਹੋ ਰਿਹਾ ਸਾਡੇ ਕੰਮ ਕਰਨ ਨਾਲ? ਆਮ ਜੀਵਾਂ ਨੂੰ ਕੋਈ ਘਾਟੇ ਵਾਧੇ ਤਾਂ ਨਹੀਂ ਪੈਂਦੇ? ਭਾਵ ਕਿ ਇਹ ਕੌਣ ਵੇਖੇਗਾ ਸਾਡਾ ਹੱਕ? ਭਾਵ ਕਿ ਸਾਡੇ ਜਿਹੜੇ ਹੱਕ ਨੇ ਉਹਨਾਂ ਨੂੰ ਵੀ ਪਛਾਣੀਏ, ਬਈ ਸਹੀ ਤਰੀਕੇ ਨਾਲ ਆਪਣਾ ਜੀਵਨ ਬਸਰ ਕਰਨਾ, ਸਹੀ ਢੰਗ ਤਰੀਕੇ ਨਾਲ ਕਾਰੋ ਵਿਹਾਰ ਨਿਭਾਉਣੇ, ਕਿਤੋਂ ਮੁਨਕਰ ਨਾ ਹੋਣਾ ਆਪਣੇ ਕੰਮ ਤੋਂ। ਉਹਨੂੰ ਕਹਿੰਦੇ ਆ ਵੀ ਇਹ ਸਹੀ ਹੱਕ ਸੱਚ ਦਾ ਕੰਮ ਕਰਦਾ। ਮਾਲਕ ਨੇ ਤਾਂ ਆਖਣਾ ਹੀ ਕੀਤਾ ਵੀ ਗੁਰੂ ਕਿਆ ਪਿਆਰਿਆ ਹੱਕ ਸੱਚ ਦੀ ਕਮਾਈ ਕਰਿਆ ਕਰ, ਤਾਂ ਤੇਰੇ ਗੁਰੂ ਨੇ, ਤਾਂ ਤੇਰੇ ਪੀਰ ਨੇ ਹਾਮੀ ਭਰਨੀ ਹੈ। ਤਾਂ ਗੁਰੂ ਪੀਰ ਹਾਮੀ ਭਰਦੇ ਆ ਜੇ ਆਪਣੇ ਹੱਕ ਤੇ ਚੱਲਾਂਗੇ। ਕਿਉਂਕਿ ਬਚਨ ਕੀਤਿਆ ਸਾਹਿਬ ਨੇ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਸਾਹਿਬ ਕਹਿੰਦੇ ਗੁਰ ਪੀਰ ਹਾਮੀ ਤਾਂ ਭਰੇ, ਜਾਂ ਮੁਰਦਾਰ ਨਾ ਖਾਏ। ਭਾਵ ਕਿ ਦੋ ਧਰਮ ਉਦੋਂ ਪ੍ਰਚਲਿਤ ਸਨ ਜਦੋਂ ਇਹ ਵਚਨ ਕੀਤੇ। ਕਿਹੜੇ? ਹਿੰਦੂ ਧਰਮ, ਇਸਲਾਮ, ਭਾਵ ਮੁਸਲਮ, ਦੋ ਧਰਮ। ਤੇ ਹਿੰਦੂ ਵੀਰ ਨੂੰ ਕਹਿ ਦਿੱਤਾ ਸਾਹਿਬ ਜੀਆਂ ਨੇ ਵੀ ਇਹ ਬੰਦਿਆ ਜੇ ਤੂੰ ਪਰਾਇਆ ਹੱਕ ਖਾਨਾ ਕਹਿੰਦਾ ਤਾਂ ਸਮਝ ਲੈ ਇੱਕ ਗਊ ਹੱਤਿਆ ਕਰਕੇ ਸਕ ਰਿਹਾ, ਗਊ ਨੂੰ ਖਾ ਰਿਹਾ, ਗਊ ਦਾ ਮਾਸ ਖਾਨਾ। ਤੇ ਉਧਰ ਮੁਸਲਮਾਨ ਵੀਰ ਨੂੰ ਆਖਿਆ ਬਈ ਭਲਿਆ ਜੇ ਤੂੰ ਹੱਕ ਸੱਚ ਦੀ ਕਮਾਈ ਨਹੀਂ ਕਰਦਾ, ਕਹਿੰਦਾ ਪਰਾਇਆ ਹੱਕ ਖਾ ਰਿਹਾ, ਆਪਣਾ ਫਰਜ਼ ਨਹੀਂ ਪਛਾਣਦਾ, ਤਾਂ ਸਮਝ ਲੈ ਤੂੰ ਇੱਕ ਸੂਰ ਦਾ ਮਾਸ ਖਾ ਰਿਹਾ। ਭਾਵ ਕਿ ਸਾਹਿਬ ਨੇ ਆਖਣਾ ਕੀਤਾ ਵੀ ਪਰਾਇਆ ਹੱਕ ਇਦਾਂ ਦਾ ਹੁੰਦਾ ਹੈ ਵੀ ਜੇ ਆਪਣੇ ਹੱਕ ਦੀ ਗੱਲ ਕਰਦਾ, ਆਪਣੇ ਹੱਕ ਦੀ ਪਛਾਣ ਕਰ, ਆਪਣੇ ਹੱਕ ਸੱਚ ਦੀ ਪਛਾਣ ਕਰ। ਗੁਰੂ ਤੇ ਪੀਰ ਭਲਿਆ ਐ ਹਿੰਦੂ ਵੀਰ
तेरा गुरु तां हामी भरेगा जे पराया हक नहीं खाएगा। मुसलमान नूं आखना कीता तेरा पीर भी तां हामी भरूगा जे तू पराया हक नहीं खाएगा। साहब कहने ने जा मुरदार ना खाए। मुरदार का भाव की हुंदा? मुर्दा। मुर्दा इत्थे मुर्दे की कोई गल नहीं है। इत्थे वचन की है? आपां कहने भी साडी मार मारी हुई मार मारन का भाव की है भी साडी अपनी कीती हुई कमाई है भाई जिहड़ी असीं खा रहे हैं। पर जे असीं किसी ने कमाई की बहुतात गिणती तो यही है जो संसार विच किसी की कमाई विचों वड्डियां रिश्वतां लै के अगला अपना काम चला रहा भी मैं नहीं काम करना भी साडे कोल जुगतियां ढांगी हुण बड़े हो गए असीं चुस्त चलाक बहुते पढ़ ले गए कारोबारी ऐसे तोरे है बस गाह दी गाह चैन बनाई जाती है दुनिया भी लुट खसुट करी जाती है। तो मालिक रहमत करन सानू समझ आवे। गुरु नानक साहिबा दे वचन 3 आपां पढ़दे हां भी जिथे भी गुरु साहिबा जांदे ये वचन ही करदे सन भी भाई वंड सको क्या करदे मालिक किरत करो वंड सको नाम जपो। इहों तरतीब वचन भाव के पहला किरत नूं तरजीह दित्ती साहब ने। किरत दा भाव क्यों आखना कीता भी जे काम काज करांगे भाई दूसरा नंबर आ वंड सको। वंड भी तां ही सकते हैं जे अपने कोल कुछ होवेगा तां जे मेहनत करांगे। भाव के साहिबां ने आखना कीता मेहनत करो भाई कुछ कोले आवेगा ते कोले होवेगा तां असीं वंड सकदे हां। ते तीसरा नंबर है फिर नाम जपो। जे कोले खाण पीण नूं है भाई फिर नाम जपण विच भी मन लगेगा नहीं तो सुरती खिंडी रहिंदी है बई आपां प्रसादा हुण छक लिया गांह वाले प्रसादे दोपहर दी जां शाम दी कह लई फिकर लग जाती है जे कोले नहीं कुछ है फिर मन इधर उधर भटकदा रहिंदा फिर नाम विच नहीं। इसे करके साहिबां ने वचन भी कीते भगत साहिबानां दे वचन आपां पढ़दे हां भूखे भगत ना कीजै जै माला अपनी लीजै भी मेरा मालिका भुखियां तो भगती ने तो सानू समझाउण लई है भी इदां भुखियां तो भगती नहीं होनी। भुख तां मिटेगी गुरु प्यारिओ जे कोले कुछ होवेगा कोले तां आवेगा जे बंदा किरत बिरत करेगा। मालिक ने समझाया सानू भी इदां किरत बिरत कर धर्म दी हथीं दे के भला मनावे। भाई साहब दे वचन ने भी किरत बिरत धर्म दी धर्म की भी हक सच दी कमाई होवे ते फिर उहदे विचों कुछ दान पुण्य जे करदे हां ते भला मनाईए। भले का भाव की है भी मालिक ने किरपा की मैं आ वंड सकिया है मैं किसी का काम शौर दिता भला मनाउणा ये नहीं खुशामद विच लैके जाना भी लै फलिया आ तैनूं मैं ता दिना भी मेरी आ गल मननी पैगी हुण तां ही कुछ वेखदे हां भी जे तैनूं अज मैं आ कुछ दे दिता समा आउण ते तैनूं कित्थे मर्जी ला देवां कित्थे मर्जी खड़ा देवां तूं हिल नहीं सकदा क्यों क्योंकि तैनूं कुछ दिता है। पर मालिक की कहंदे आ भी ऐ भाई किरत बिरत धर्म दी कर धर्म दे विचों भावें रुखे सुखी खा लै जो मालिक ने वचन कीते है रुखे सुखी खाए कै ठंडा पानी पियो वेख पराई चौपड़ी ना दर्शाए जियो। भी पराई चौपड़ी का भाव किसी का बहुता वधिया खाना बना वेख के मन विच लालसा ना लैके भी इदां दा खावां अगला खिला तां देवेगा पर बाद विच पछतावी होणगे खिलाया होया मुड़ मुड़ के याद आएगा तो अगला याद दबाएगा भी। इसे करके साहब बाबा जी ने आखना कीता रुखी सुखी जिहो जी भाई तेरी मेहनत विचों प्राप्त हुंदी है उहनूं साके ठंडा पानी भा पीण दा की अर्थ है भी मन विच सबर संतोख रखिया कर। इसे करके आओ ये साहिबां ने किरपा की सानू समझाया बई रैण दैंस प्रभ सेवक मानी भी समझ लै भाई जे तेनू इदां जीवन बतीत करना आ गया समझ ला कि मालिक की सेवा विच लग्या होया। मालिक ने लाया जित जित लावे तित तित लगना भी जिथे जिथे सानू लाया होया उत्थे उत्थे लग के भाव के सही तरीके नाल काम करिए ये मालिक की सेवा होवेगी। क्योंकि विच दुनिया सेवक कमाई है तां दरगाह बैठण पाई आख्या भी जे दुनिया विच इउं सेवा करांगे तां असल दरगाह दे पांधी बनांगे असीं क्योंकि मालिक सारे थावां ते सारियां विच वसिया होया सदा ही वेखदा सुणदा सानू भी असीं अपना कर्म सही तरीके नाल करिए। सो साहिबा ये किरपा कर सानू समझ आए ते साहब कहंदे रहण दिन प्रभ सेवक मानी हर मिलना की ये निशानी है मालिक नूं मिलण दी। मालिक किते गया नहीं होया
ਬਸ ਸਾਡੇ ਕੋਲੇ ਉਹ ਗਿਆਨ ਵਾਲੀ ਅੱਖ ਨਹੀਂ ਹੈ। ਜਦੋਂ ਅੱਖ ਉਹ ਗਿਆਨ ਵਾਲੀ ਆ ਜਾਵੇਗੀ ਤੇ ਜਦੋਂ ਅਸੀਂ ਸੇਵਾ ਭਾਵਨਾ ਨਾਲ ਆਪਣੇ ਸਾਰੇ ਕਰਮ ਕਰਾਂਗੇ, ਘਰ ਵਿੱਚ ਵੀ ਭਾਵੇਂ ਹੋਣ, ਭਾਵੇਂ ਨੌਕਰੀ ਚਾਕਰੀ ਕਰਦਿਆਂ ਹੋਣ, ਸੰਸਾਰ ਵਿੱਚ ਹੋਣ, ਭਾਵੇਂ ਕਿਸੇ ਸਥਾਨ ਤੇ ਹੋਣ, ਜੇ ਅਸੀਂ ਇਹ ਗੱਲ ਨੂੰ ਸਮਝ ਕੇ ਭਾਵ ਕੇ ਸੇਵਾ ਕਰਾਂਗੇ, ਅਕਲ ਲੈ ਕੇ ਮਾਲਕ ਕੋਲੋਂ ਬੜੀ ਵਾਰ ਇਹ ਬਚਨ ਪੜ੍ਹਦੇ ਹਾਂ, ਅਕਲੀ ਸਾਹਿਬ ਸੇਵੀ ਹੈ, ਅਕਲੀ ਕੀਚੈ ਦਾਨ, ਅਕਲੀ ਪੜ੍ਹ ਕੇ ਬੂਝੀਏ, ਅਕਲੀ ਪਾਈਏ ਮਾਣ। ਵੀ ਗੁਰੂ ਤੋਂ ਮੱਤ ਲੈ ਕੇ ਇਹ ਕਰਮ ਕਰਾਂਗੇ ਤਾਂ ਭਲਾ ਹੋਵੇਗਾ, ਤਾਂ ਸਮਝੋ ਕਿ ਮਿਲਣ ਦੀ ਨਿਸ਼ਾਨੀ ਹੈ। ਵੀ ਮਾਲਕ ਸਾਰੇ ਪਾਸੇ ਮਿਲ ਸਕਦਾ, ਕਿਤੋਂ ਵੀ ਮਿਲ ਸਕਦਾ, ਸਾਰੇ ਥਾਵਾਂ ਤੇ ਹੈ। ਵੀ ਜੇ ਇਹ ਸਾਡੇ ਅੰਦਰ ਭਾਵਨਾ ਕਿਤੇ ਬਣ ਜਾਵੇ, ਰਹੋ ਵਿਚਾਰ ਆਓ ਸਭ ਅੱਗੇ ਕਿਰਪਾ ਕਰਦਿਆ, ਮਿਟੈ ਜੰਜਾਲ ਹੋਏ ਪ੍ਰਭ ਦਇਆਲ, ਗੁਰ ਕਾ ਦਰਸ਼ਨ ਦੇਖ ਨਿਹਾਲ, ਪਰਾ ਪੁਰਬਲਾ ਕਰਮ ਬਣ ਆਇਆ, ਹਰ ਕੇ ਗੁਣ ਨਿਤ ਰਸਨਾ ਗਾਇਆ। ਸਭ ਕਹਿੰਦੇ ਮਿਟੇ ਜੰਜਾਲ ਹੋਏ ਪ੍ਰਭ ਦਇਆਲ। ਜੇ ਕਿਤੇ ਪ੍ਰਭੂ ਮਾਲਕ ਦੀ ਕਿਰਪਾ ਹੋ ਜਾਵੇ ਤਾਂ ਸਾਡੇ ਸਾਰੇ ਜਿਹੜੇ ਜੰਜਾਲ ਨੇ, ਜੰਜਾਲਾਂ ਵਿੱਚ ਅਸੀਂ ਪਏ ਹੋਏ ਹਾਂ, ਇਹ ਮਿਟ ਸਕਦੇ ਆ। ਮਿਟਣਗੇ ਤਾਂ ਗੁਰੂ ਕਾ ਦਰਸ਼ਨ ਕਰੀਏ, ਗੁਰਬਾਣੀ ਨੂੰ ਅਸੀਂ ਪੜ੍ਹਨਾ ਸੁਣਨਾ ਵਿਚਾਰਨਾ ਕਰੀਏ, ਕਿਉਂਕਿ ਗੁਰ ਕਾ ਦਰਸ਼ਨ ਦੇਖ ਨਿਹਾਲ। ਗੁਰੂ ਕੇ ਦਰਸ਼ਨ ਵੇਖਣ ਨਾਲ ਇਉਂ ਜੀਵਨ ਵਿੱਚ ਨਿਹਾਲਤਾ ਆਉਂਦੀ ਆ, ਖੁਸ਼ੀਆਂ ਆਉਂਦੀਆਂ ਨੇ। ਇਉਂ ਨਹੀਂ ਆਉਂਦੀਆਂ ਮਾਫ ਕਰਨਾ ਵੀ ਅਸੀਂ ਸਾਹਿਬਾਂ ਨੇ ਕਹਿ ਦਈਏ ਵੀ ਰੋਜ਼ਾ ਨਤੀ ਦਰਸ਼ਨ ਕਰਦੇ ਹਾਂ ਜੀ, ਨਮਸਕਾਰ ਕਰੀ ਚਲੋ ਠੀਕ ਹੈ, ਪ੍ਰਸ਼ਾਦ ਲਿਆ ਤੁਰਦੇ ਬਣੇ, ਇਉਂ ਦਰਸ਼ਨ ਨਹੀਂ ਹੈ। ਅਸਲ ਵਿੱਚ ਜੇ ਜੰਜਾਲਾਂ ਵਿੱਚੋਂ ਨਿਕਲਣਾ, ਮੁਕਤ ਹੋਣਾ, ਤਾਂ ਦਰਸ਼ਨ ਸਾਹਿਬ ਨੇ ਦੱਸਣਾ ਕਰਿਆ ਸਾਨੂੰ। ਬੜੀ ਵਾਰ ਇਹ ਵਚਨ ਪੜ੍ਹੀ ਦੇ ਆਪਾਂ, ਸਾਹਿਬ ਆਖਦੇ ਨੇ ਸਤਿਗੁਰ ਕੋ ਸਭ ਕੋ ਦੇਖਦਾ ਜੇਤਾ, ਜਗਤ ਸੰਸਾਰ ਉਹਦਾ ਵੇਖਦੇ, ਦਰਸ਼ਨ ਸਾਰੀ ਕਰਦੇ ਹਾਂ। ਸਾਹਿਬ ਕਹਿੰਦੇ ਪਰ ਇਹਨਾਂ ਦਰਸ਼ਨ ਨਾਲ ਡਿੱਠੇ ਮੁਕਤ ਨਾ ਹੋ ਬਈ, ਇਉਂ ਵੇਖਣ ਨਾਲ ਨਹੀਂ। ਇੱਕ ਪਾਸੇ ਦਾ ਪੜ੍ਹਦੇ ਆ, ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ ਐ। ਵੀ ਤੈਨੂੰ ਵੇਖਣ ਨਾਲ ਜਨਮਾਂ ਜਨਮਾਂਤਰਾਂ ਦੀ ਪਾਪਾਂ ਵਾਲੀ ਮੈਲ ਕੱਟੀ ਜਾਂਦੀ ਹੈ ਸਾਹਿਬਾ। ਤੇ ਇੱਕ ਪਾਸੇ ਕਹਿੰਦੇ ਡਿੱਠੇ ਮੁਕਤ ਨਾ ਹੋ ਬਈ, ਕਿਉਂਕਿ ਹੈ ਵੇਖਣ ਵਿੱਚ ਫਰਕ ਤਾਂ ਕਹਿੰਦੇ ਹੈ ਵੀ ਇੱਕ ਤਾਂ ਹੈ ਭਾਈ ਉਦਾਂ ਹੀ ਆਏ ਤੇ ਦਰਸ਼ਨ ਕੀਤਾ, ਸਾਹਿਬ ਅੱਗੇ ਪ੍ਰਕਾਸ਼ ਨੇ ਨਮਸਕਾਰ ਕੀਤੀ, ਮੁੜ ਗਏ। ਆਹ ਦਰਸ਼ਨ ਹੈ ਇੱਕ ਦਰਸ਼ਨ ਹੈ ਵੀ ਘੜੀ ਪਲ ਅਸੀਂ ਸਾਹਿਬ ਦੇ ਚਰਨਾਂ ਵਿੱਚ ਬੈਠੇ ਤੇ ਸਾਹਿਬ ਜੋ ਬਚਨ ਕਰਦੇ ਆ ਉਹਨਾਂ ਨੂੰ ਸਰਵਣ ਕੀਤਾ, ਇੱਕ ਇਹ ਦਰਸ਼ਨ ਹੈ ਮਨ ਕਰਕੇ। ਆਹ ਦਰਸ਼ਨ ਦੁਬਾਰਾ ਮੁਕਤੀ ਹੁੰਦੀ ਹੈ। ਸਾਹਿਬ ਕਹਿੰਦੇ ਹੈ ਡਿੱਠੇ ਮੁਕਤ ਨਾ ਹੋਵੇ, ਜਿਚਰ ਜਿੰਨਾ ਚਿਰ ਸ਼ਬਦ ਨਾ ਕਰੇ ਵਿਚਾਰ, ਜਿੰਨਾ ਚਿਰ ਗੁਰੂ ਕੀ ਵਿਚਾਰ ਧਾਰਾ ਨਾਲ ਨਹੀਂ ਜੁੜਦਾ, ਗੁਰੂ ਕੀ ਕਿਸੇ ਵਿਚਾਰ ਨੂੰ ਹਿਰਦੇ ਜੀਵਨ ਵਿੱਚ ਨਹੀਂ ਲੈ ਕੇ ਆਉਂਦਾ, ਉਹਨਾਂ ਚਿਰ ਮੁਕਤੀ ਨਹੀਂ। ਜੇ ਮੁਕਤੀ ਲੈਣੀ ਹੈ ਤਾਂ ਗੁਰੂ ਸਾਹਿਬ ਦੇ ਬਚਨਾਂ ਨਾਲ ਜੁੜਨਾ ਪਵੇਗਾ, ਸਤ ਕਰਕੇ ਮੰਨਣਾ ਪਵੇਗਾ, ਤਾਂ ਕਿਰਪਾ ਹੋ ਸਕਦੀ ਹੈ। ਇਸੇ ਕਰਕੇ ਸਾਹਿਬ ਕਹਿੰਦੇ ਗੁਰ ਕਾ ਦਰਸ਼ਨ ਦੇਖ ਨਿਹਾਲ, ਪਰਾ ਪੁਰਬਲਾ ਕਰਮ ਬਣ ਆਇਆ, ਹਰ ਕੇ ਗੁਣ ਨਿਤ ਰਸਨਾ ਗਾਇਆ। ਜਿਨ੍ਹਾਂ ਨੇ ਰਸਨਾ ਦੇ ਨਾਲ ਨਿਤ ਮਾਲਕ ਦੇ ਗੁਣਾਂ ਨੂੰ ਗਾਉਣਾ ਕੀਤਾ, ਕਹਿੰਦੇ ਉਹਨਾਂ ਦਾ ਪਰਾ ਪੁਰਬਲਾ ਕਰਮ ਬਣ ਆਇਆ। ਪਹਿਲਾਂ ਵਾਲਾ ਕਰਮ ਉਹਨਾਂ ਦਾ ਬਣ ਆਉਂਦਾ। ਪਰਾ ਪੁਰਬਲੇ ਦਾ ਭਾਵ ਹੁੰਦਾ ਪਹਿਲਾਂ ਵਾਲਾ। ਹੁਣ ਪਹਿਲਾਂ ਵਾਲਾ ਕਰਮ ਸਾਡਾ, ਅਸੀਂ ਕਹਾਂਗੇ ਸਾਡਾ ਪਹਿਲਾਂ ਵਾਲਾ ਕਰਮ ਕੀ ਹੈ? ਜੇ ਕਿਤੇ ਬਰੀਕੀ ਵਿੱਚ ਜਾਵਾਂਗੇ, ਇਹ ਆਤਮਾ ਪਰਮਾਤਮਾ ਦਾ ਰੂਪ ਹੈ, ਪਰਮਾਤਮਾ ਨਾਲੋਂ ਵਿਛੜੀ ਹੋਈ ਹੈ। ਹੁਣ ਜਿਹੜਾ ਪਰਮਾਤਮਾ ਵਾਹਿਗੁਰੂ ਹੈ ਭਾਈ, ਉਹ ਕਿਸੇ ਦਾ ਬੁਰਾ ਨਹੀਂ ਕਰਦਾ। ਪਰਮਾਤਮਾ ਵਾਹਿਗੁਰੂ ਹੈ ਜਿਹੜਾ, ਉਹ ਮਾੜਾ ਨਹੀਂ ਬੋਲਦਾ। ਪਰਮਾਤਮਾ ਵਾਹਿਗੁਰੂ ਇਹ ਜਿੰਦ ਸਾਡੀ ਜਦੋਂ ਮਾਲਕ ਨਾਲ ਜੁੜੀ ਹੋਈ ਆਤਮਾ, ਇਹਨੇ ਕਦੇ ਮਾੜਾ ਨਹੀਂ ਕੀਤਾ, ਇਹਨੇ ਕਦੇ ਮਾੜਾ ਬੋਲਿਆ ਨਹੀਂ, ਕਦੇ ਮਾੜਾ ਸੁਣਿਆ ਨਹੀਂ, ਕਦੇ ਮਾੜਾ ਵੇਖਿਆ ਨਹੀਂ। ਪਹਿਲਾਂ ਜਦੋਂ ਗੁਰੂ ਨਾਲ ਜੁੜੀ ਹੋਈ ਆਤਮਾ ਪਰਮਾਤਮਾ ਨਾਲ ਜੁੜੀ ਹੈ, ਜਾਤੋਂ ਵੱਖ ਹੋਈ, ਜਾਤੋਂ ਵੱਖ ਹੋਈ ਆਤਮਾ, ਤੇ ਵੱਖ ਹੋ ਕੇ ਗੁਰੂ ਪਿਆਰਿਓ ਮੰਦਾ ਬੋਲਣ ਵੀ ਲੱਗੀ ਹੈ, ਮੰਦਾ ਸੁਣਨ ਵੀ ਲੱਗੀ ਹੈ, ਮੰਦਾ ਵੇਖਣ ਲੱਗੀ ਹੈ ਤੇ ਮੰਦਾ ਕਰਨ ਲੱਗੀ ਹੈ। ਇਹ ਸਾਡੇ ਆ ਵੱਖ ਹੋ ਕੇ ਕਰਮ ਐਸੇ ਹੋਏ। ਤੇ ਫਿਰ ਜਦੋਂ ਗੁਰੂ ਕੇ ਗੁਣ ਗਾਵਾਂਗੇ ਤਾਂ ਪਹਿਲਾਂ ਵਾਲੇ ਗੁਣ ਫੇਰ ਇਹਦੇ ਵਿੱਚ ਆ ਜਾਣਗੇ। ਜਦੋਂ ਗੁਰੂ ਸਾਹਿਬ ਦੇ ਗੁਣਾਂ ਨੂੰ ਅਸੀਂ ਸਮਝਾਂਗੇ ਤਾਂ ਉਹ ਰਹਿਮਤ ਹੋ ਜਾਏਗੀ। ਜਿਵੇਂ ਉਦਾਹਰਨ ਤੌਰ ਤੇ ਬੜੀ ਵਾਰੀ ਉਦਾਹਰਨ ਲਈਏ ਵੀ ਕੋਇਲਾ ਕਾਲਾ ਹੋਇਆ ਪਿਆ ਗੁਰੂ ਪਿਆਰਿਓ, ਕਾਲਾ, ਪਰ ਅਸਲ ਰੰਗ ਉਹਦਾ ਕਾਲਾ ਨਹੀਂ, ਉਹਦਾ ਅਸਲ ਪਹਿਲਾਂ ਰੰਗ ਲਾਲ ਹੈ। ਲਾਲ ਤੋਂ ਕਾਲਾ ਹੋਇਆ ਵੱਖ ਹੋ ਕੇ ਅੱਗ ਨਾਲੋਂ।
ਤੇ ਜਦੋਂ ਅੱਗ ਨਾਲ ਜੁੜ ਗਿਆ ਫਿਰ ਉਹਨੇ ਆਪਣੀ ਕਾਲਖ ਛੱਡ ਕੇ ਲਾਲ ਹੋ ਜਾਣਾ। ਇਦਾਂ ਹੀ ਗੁਰੂ ਪਿਆਰਿਓ, ਆ ਸਾਡੀ ਜਿੰਦ ਮਾਲਕ ਨਾਲੋਂ ਵੱਖ ਹੋ ਕੇ ਪਾਪਾਂ ਨਾਲ ਕਾਲਸ ਹੋ ਗਈ। ਜਨਮ ਕੀ ਇਸ ਮਨ ਕੋ ਮੜ ਲਾਗੀ, ਕਾਲਾ ਹੋਇਆ। ਸ਼ਾਹ ਸਾਹਿਬ ਨੇ ਕਹਿਤਾ ਵੀ ਜਦੋਂ ਇਹ ਮਾਲਕ ਨਾਲ ਜੁੜ ਜਾਏਗੀ ਤੇ ਉਹਦੇ ਫਿਰ ਇਹਦੀ ਕਾਲਖ ਖਤਮ ਹੋ ਜਾਏਗੀ। ਫਿਰ ਇਹਦੇ ਵਿੱਚ ਪਹਿਲਾਂ ਵਾਲੇ ਚੰਗੇ ਗੁਣ ਆ ਜਾਣਗੇ, ਆਉਣਗੇ ਤਾਂ ਜੋ ਮਾਲਕ ਨੇ ਆਖਣਾ ਕੀਤਾ ਹੈ, ਹਰ ਕੇ ਗੁਣ ਨਿਤ ਰਸਨਾ ਗਾਇਆ, ਪਰਾ ਪੁਰਬਲਾ ਕਰਮ ਬਣ ਆਇਆ। ਉਹਦਾ ਪਹਿਲਾਂ ਵਾਲਾ ਕਰਮ ਬਣ ਆਉਂਦਾ ਹੈ। ਸਤਿਗੁਰੂ ਜੀ ਰਹਿਮਤ ਕਰਨ, ਰਹੋ ਵਿਚਾਰ। ਆਓ ਹੁਣ ਇਜਾਜ਼ਤ ਨਹੀਂ ਦਿੰਦਾ ਸਮਾਂ, ਆਖਰ ਵਿੱਚ ਜਾ ਕੇ ਸਾਹਿਬ ਕਿਰਪਾ ਕਰਦੇ ਨੇ। ਹਰ ਕੇ ਸੰਤ ਸਦਾ ਪਰਵਾਨ, ਸੰਤ ਜਨਾ ਮਸਤਕ ਨਿਸ਼ਾਨ, ਦਾਸ ਕੀ ਰੇਣ ਪਾਏ ਜੇ ਕੋਏ, ਨਾਨਕ ਤਿਸ ਕੀ ਪਰਮਗਤ ਹੋਏ। ਹਰ ਕੇ ਸੰਤ ਸਦਾ ਪ੍ਰਵਾਨ, ਜਿਹੜੇ ਰੱਬ ਦੇ ਪਿਆਰੇ ਆ ਭਾਈ, ਉਹ ਸਦੀਵੀ ਪ੍ਰਵਾਨ ਹੁੰਦੇ ਆ, ਕਿਉਂਕਿ ਉਹ ਪ੍ਰਵਾਨਿਤ ਰੱਬ ਦੇ ਦੁਆਰਾ ਕੀਤੇ ਹੋਏ ਕਰਮ ਕਰਦੇ ਆ। ਮਾਲਕ ਤੋਂ ਮੱਤ ਲੈ ਕੇ ਕਰਮ ਕਰਦੇ ਆ। ਸੰਤ ਜਨਾ ਮਸਤਕ ਨਿਸ਼ਾਨ, ਜਿਹੜੇ ਰੱਬ ਦੇ ਪਿਆਰੇ ਆ ਉਹਨਾਂ ਦੇ ਮਸਤਕ ਤੇ ਇਹ ਨਿਸ਼ਾਨ ਹੁੰਦਾ ਹੈ। ਉਹ ਸਦ ਖੁਸ਼ੀਆਂ ਦੇ ਵਿੱਚ ਰਹਿੰਦੇ ਤੇ ਖੁਸ਼ੀਆਂ ਵਰਤਾਉਂਦੇ ਹੈ। ਦਾਸ ਕੀ ਰੇਣ ਪਾਏ ਜੇ ਕੋਏ, ਇਹੋ ਜਿਹੇ ਰੱਬ ਦੇ ਪਿਆਰਿਆਂ ਦੀ ਰੇਣ ਧੂੜੀ ਵਿੱਚ ਜੇ ਕੋਈ ਆਉਂਦਾ, ਮਾਲਕ ਦੇ ਗੁਣਾਂ ਨੂੰ ਗਾਉਂਦਾ ਹੈ, ਤੇ ਸਾਹਿਬ ਕਹਿੰਦੇ ਨਾਨਕ ਤਿਸ ਕੀ ਪਰਮਗਤ ਹੋਏ, ਉਹਨਾਂ ਦੀ ਪਰਮਗਤ ਹੋ ਜਾਂਦੀ ਹੈ। ਉਹਨਾਂ ਦਾ ਆਚਰਣ ਸੋਹਣਾ ਬਣ ਜਾਂਦਾ ਹੈ। ਉਹ ਭਾਵ ਕੇ ਵਿਸ਼ੇ ਵਿਕਾਰਾਂ ਦੇ ਵਿੱਚੋਂ ਮੁਕਤ ਹੋ ਜਾਂਦੇ ਆ, ਅੱਗੇ ਚੱਲ ਪੈਂਦੇ ਆ। ਗਤ ਦਾ ਭਾਵ ਹੀ ਅੱਗੇ ਚੱਲਣਾ ਹੈ, ਵੀ ਉਹ ਇੱਕ ਥਾਂ ਤੇ ਦਲਦਲ ਵਿੱਚ ਨਹੀਂ ਫਿਰ ਫਸੇ ਰਹਿੰਦੇ। ਜੋ ਮਾਲਕ ਨੇ ਆਖਣਾ ਕੀਤਾ, ਪੰਕਜ ਮੋਹ ਪੱਗ ਨਹੀਂ ਚਾਲੈ, ਵੀ ਮੋਹ ਦੇ ਭਾਈ ਇਸ ਚਿੱਕੜ ਵਿੱਚ ਦੁਨੀਆ ਫਸੀ ਹੋਈ ਆ, ਅੱਗੇ ਤਾਂ ਤੁਰ ਹੀ ਨਹੀਂ ਰਹੇ। ਤੇ ਪਰ ਜਦੋਂ ਮਾਲਕ ਦੀ ਕਿਰਪਾ ਹੋ ਜਾਂਦੀ ਹੈ, ਸਾਹਿਬ ਕਹਿੰਦੇ ਦਾਸ ਕੀ ਰੇਣ ਪਾਏ ਜੇ ਕੋਏ, ਨਾਨਕ ਤਿਸ ਕੀ ਪਰਮਗਤ ਹੋਏ, ਉਹਨਾਂ ਦੀ ਪਰਮਗਤ ਹੋ ਜਾਂਦੀ ਹੈ। ਆਓ ਅਸੀਂ ਵੀ ਇਸ ਮਾਲਕ ਦੇ ਚਰਨਾਂ ਦੀ ਧੂੜੀ ਨੂੰ ਮਸਤਕ ਨਾਲ ਲਾਈਏ, ਸਾਹਿਬਾਂ ਦੇ ਬਚਨਾਂ ਨੂੰ ਸਵੀਕਾਰ ਕਰੀਏ। ਅਸੀਂ ਵੀ ਅਗਾਂਹ ਵਧੂ ਖਿਆਲਾਂ ਵਿੱਚ ਜਾਈਏ, ਪਿੱਛੇ ਨੂੰ ਨਾ ਜਾਈਏ, ਅੱਗੇ ਨੂੰ ਵਧੀਏ। ਜੋ ਸਾਹਿਬ ਨੇ ਆਖਣਾ ਕੀਤਾ, ਅਗਾਹਾਂ ਕੋ ਤਰਾਗ, ਪਿੱਛੇ ਫੇਰ ਨਾ ਮੋਹ ਡੜੜਾ, ਵੀ ਮੁੜ ਕੇ ਨਾ ਪਿੱਛੇ ਨੂੰ ਭਾਈ ਚੱਲ। ਜੋ ਸਮਝ ਆ ਗਈ ਉਹਨੂੰ ਛੱਡ ਦੇ, ਅੱਗੇ ਤੁਰ ਪੈ, ਤੇ ਸਤਿਗੁਰੂ ਰਹਿਮਤ ਕਰਨਗੇ। ਸਾਡਾ ਵੀ ਜੀਵਨ ਚੰਗਾ ਬਣ ਜਾਏਗਾ। ਇੱਕ ਦਿਨ ਆਤਮਾ ਪਰਮਾਤਮਾ ਨਾਲ ਮਿਲ ਜਾਏਗੀ। ਸਾਹਿਬਾਂ ਦੇ ਚਰਨਾਂ ਵਿੱਚ ਅਰਜ਼ ਕਰੀਏ, ਸਤਿਗੁਰਾ ਮਿਹਰ ਕਰਿਓ, ਤੁਹਾਡੇ ਸੁਣੇ ਹੋਏ ਵਚਨ ਸੱਚ ਉਪਦੇਸ਼ ਸਾਡੇ ਹਿਰਦੇ ਘਰ ਵਿੱਚ ਵਸ ਜਾਵੇ। ਤੇਰੇ ਗੁਣ ਗਾਈਏ, ਰਹਿਮਤਾ ਵਰਸਾਇਓ ਜੀ, ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੋ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਜੀ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਇਸ ਤੋਂ ਅੱਗੇ ਰਹਿਮਤ ਕਰਨ ਸਾਹਿਬ ਜੀ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਕੁਝ ਕੁ ਸਮਾਂ ਗੁਰ ਮੰਤਰ ਦੁਆਰਾ ਸਾਂਝ ਪਾਈਏ। ਪ੍ਰੇਮ ਸਹਿਤ ਸਾਰੀ ਸੰਗਤ ਆਖਣਾ ਕਰੋ ਜੀ, ਵਾਹਿਗੁਰੂ 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 ਵਾਹਿਗੁਰੂ।